ਅੱਜ ਅਸੀਂ ਕੋਰਸ ਕੋਡ BECC 132 Principles of Microeconomics Part 2 ਦਾ ਸੈਕਿੰਡ ਪਾਰਟ ਜਿਹੜਾ ਹੈ ਥਿਊਰੀਜ਼ ਆਫ ਇੰਟਰਨੈਸ਼ਨਲ ਟ੍ਰੇਡ ਅੰਤਰਰਾਸ਼ਟਰੀ ਵਪਾਰ ਦੇ ਸਿਧਾਂਤ ਦਾ ਭਾਗ ਦੂਜਾ ਡਿਸਕਸ ਕਰਾਂਗੇ। ਪਿਛਲੇ ਲੈਕਚਰ 'ਚ ਅਸੀਂ ਕਲਾਸੀਕਲ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਜਿਹੜੀ ਕਿ ਰਿਕਾਰਡੋ ਨੇ ਦਿੱਤੀ ਸੀ, ਰਿਕਾਰਡੋ ਦੇ ਅੰਤਰਰਾਸ਼ਟਰੀ ਵਪਾਰੀ ਸਿਧਾਂਤ ਦੀ ਡਿਸਕਸ਼ਨ ਕੀਤੀ ਸੀ। ਅੱਜ ਅਸੀਂ ਮਾਡਰਨ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਜਾਂ ਅਸੀਂ ਇਸ ਮਾਡਰਨ ਥਿਊਰੀ ਨੂੰ ਅਸੀਂ ਹੈਕਸਰ ਓਇਲਨ ਥਿਊਰੀ ਜਾਂ ਐਚਓ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ, ਹੈਕਸਰ ਓਇਲਨ ਅੰਤਰਰਾਸ਼ਟਰੀ ਵਪਾਰ ਦੇ ਸਿਧਾਂਤ ਜਿਹਨੂੰ ਅਸੀਂ ਆਧੁਨਿਕ ਸਿਧਾਂਤ ਵੀ ਕਹਿੰਦੇ ਹਾਂ, ਉਸ ਦਾ ਜ਼ਿਕਰ ਕਰਾਂਗੇ, ਉਸ ਦੀ ਵਿਆਖਿਆ ਕਰਾਂਗੇ। ਤਾਂ ਹੈਕਸਰ ਇੱਕ ਸਵੀਡਿਸ਼ ਇਕੋਨੋਮੀ ਸੀਗੇ, ਸਵੀਡਿਸ਼ ਅਰਥਸ਼ਾਸਤਰੀ ਸੀਗੇ, ਜਿਨ੍ਹਾਂ ਨੇ ਇੱਕ ਆਪਣੇ ਆਰਟੀਕਲ 1919 ਦੇ ਵਿੱਚ ਇਸ ਸਿਧਾਂਤ ਦਾ ਪ੍ਰਤੀਪਾਦਨ ਕੀਤਾ। ਬਾਅਦ ਦੇ ਵਿੱਚ ਇਹਨਾਂ ਦੇ ਹੀ ਅਨੁਯਾਈ, ਇਹਨਾਂ ਦੇ ਸਟੂਡੈਂਟ ਬਰਟਲ ਓਇਲਨ OHLIN ਨੇ ਆਪਣੇ ਇੱਕ ਰਿਸਰਚ ਪੇਪਰ ਦੇ ਵਿੱਚ 1924 ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰਕਾਸ਼ਿਤ ਕੀਤਾ, ਅਤੇ ਇਹ ਰਿਸਰਚ ਪੇਪਰ ਬਾਅਦ ਦੇ ਵਿੱਚ ਇੱਕ ਬੁੱਕ ਦੇ ਵਿੱਚ ਆਇਆ, ਇੰਟਰਨੈਸ਼ਨਲ ਐਂਡ ਇੰਟਰਰੀਜਨਲ ਟ੍ਰੇਡ। ਇਹ ਕਿਤਾਬ ਦਾ ਨਾਮ ਹੈ ਇੰਟਰਨੈਸ਼ਨਲ ਐਂਡ ਇੰਟਰਰੀਜਨਲ ਟ੍ਰੇਡ, ਜਿਹੜਾ ਕਿ 1933 ਦੇ ਵਿੱਚ ਪ੍ਰਕਾਸ਼ਿਤ ਹੋਈ। ਇਸ ਕਿਤਾਬ ਦੇ ਵਿੱਚ ਇਸ ਸਿਧਾਂਤ ਦੀ ਵਿਆਖਿਆ ਕੀਤੀ ਗਈ। ਇਨਫੈਕਟ ਇਹ ਥਿਊਰੀ ਜਿਹੜੀ ਕਲਾਸੀਕਲ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਹੈ, ਉਸ ਦਾ ਕੋਈ ਵਿਰੋਧ ਨਹੀਂ ਕਰਦੀ, ਉਸ ਦੇ ਵਿੱਚ ਸੁਧਾਰ ਕਰਦੀ। ਕਲਾਸੀਕਲ ਥਿਊਰੀ ਆਫ ਇੰਟਰਨੈਸ਼ਨਲ ਟ੍ਰੇਡ ਜਿਹੜੀ ਰਿਕਾਰਡੋ ਦੇ ਅੰਤਰਰਾਸ਼ਟਰੀ ਵਪਾਰ ਦਾ ਸਿਧਾਂਤ ਹੈ, ਉਸ ਦੇ ਵਿੱਚ ਕੀ ਕਿਹਾ ਗਿਆ ਸੀ ਕਿ ਇੱਕ ਦੇਸ਼ ਨੂੰ ਉਸ ਵਸਤੂ ਦਾ ਉਤਪਾਦਨ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ ਉਸਨੂੰ ਤੁਲਨਾਤਮਕ ਲਾਭ ਹੋਵੇ, ਜਾਂ ਜਿਸ ਦੇ ਵਿੱਚ ਲਾਗਤ ਜਿਹੜੀ ਹੈ ਘੱਟ ਹੋਵੇ, ਤੁਲਨਾਤਮਕ ਲਾਗਤ ਘੱਟ ਹੋਵੇ, ਅਤੇ ਉਸ ਵਸਤੂ ਦਾ ਐਕਸਪੋਰਟ ਕਰਨਾ ਚਾਹੀਦਾ ਹੈ। ਅਤੇ ਦੂਸਰੇ ਦੇਸ਼ ਨੂੰ ਉਸ ਵਸਤੂ ਦਾ ਉਤਪਾਦਨ ਕਰਨਾ ਚਾਹੀਦਾ ਜਿਸ ਦੇ ਵਿੱਚ ਤੁਲਨਾਤਮਕ ਹਾਨੀ ਕੀ ਹੈ ਘੱਟ ਹੋਵੇ, ਜਾਂ ਲਾਗਤ ਜਿਹੜੀ ਹੈ ਉਹ ਤੁਲਨਾਤਮਕ ਲਾਗਤ ਕੀ ਹੈ ਜ਼ਿਆਦਾ ਹੋਵੇ। ਉਹ ਜਿਹੜੀ ਹੈ ਉਹ ਉਸਨੂੰ ਵਸਤੂ ਜਿਸ ਤੋਂ ਤੁਲਨਾਤਮਕ ਹਾਨੀ ਘੱਟ ਹੋਵੇ, ਉਸ ਦੇ ਵਿੱਚ ਉਹਨੂੰ ਉਸ ਵਸਤੂ ਦਾ ਐਕਸਪੋਰਟ ਕਰਨਾ ਚਾਹੀਦਾ। ਤਾਂ ਇਸ ਸਿਧਾਂਤ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਇਹ ਜਿਹੜੀ ਤੁਲਨਾਤਮਕ ਲਾਗਤ ਦੇ ਵਿੱਚ ਅੰਤਰ ਕਿਉਂ ਹੁੰਦਾ ਹੈ। ਇੱਕ ਦੇਸ਼ ਦੇ ਵਿੱਚ ਵਸਤੂ ਦੇ ਉਤਪਾਦਨ ਦੀ ਕੀਮਤ ਘੱਟ ਹੁੰਦੀ ਹੈ, ਦੂਜੇ ਦੇਸ਼ ਵਿੱਚ ਉਤਪਾਦਨ ਦੀ ਕੀਮਤ ਕੀ ਹੈ ਜ਼ਿਆਦਾ ਹੁੰਦੀ ਹੈ। ਕਿਉਂ ਹੁੰਦੀ ਹੈ? ਇਸ ਸਿਧਾਂਤ ਦੇ ਮੁਤਾਬਕ ਕਿਉਂਕਿ ਸਾਧਨਾਂ ਦੀ ਜਿਹੜੀ ਸਪਲਾਈ ਹੈ ਉਹ ਕੀ ਹੈ ਫਰਕ ਹੁੰਦੀ ਹੈ। ਜਿਸ ਦੇਸ਼ ਦੇ ਵਿੱਚ ਜਿਸ ਸਾਧਨ ਦੀ ਸਪਲਾਈ, ਸਾਧਨ ਦੀ ਪੂਰਤੀ, ਸਾਧਨਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉਸ ਦੇਸ਼ ਦੇ ਵਿੱਚ ਉਸ ਸਾਧਨ ਦੀ ਜਿਹੜੀ ਪ੍ਰਾਈਸ ਹੈ, ਉਸ ਸਾਧਨ ਦੀ ਜਿਹੜੀ ਕੋਸਟ ਹੈ ਉਹ ਘੱਟ ਹੁੰਦੀ ਹੈ, ਅਤੇ ਉਹ ਲਾਗਤ ਘੱਟ ਹੋਣ ਦੇ ਕਾਰਨ ਉਸ ਸਾਧਨ ਦੁਆਰਾ ਬਣਾਈ ਗਈ ਵਸਤੂ ਦੀ ਕੀਮਤ ਵੀ ਕੀ ਹੈ ਘੱਟ ਹੁੰਦੀ ਹੈ। ਤਾਂ ਨੈਚੁਰਲੀ ਇਹ ਦੇਸ਼ ਜਿਹੜਾ ਹੈ ਉਸ ਵਸਤੂ ਦਾ ਉਤਪਾਦਨ ਕਰੇਗਾ, ਉਸ ਵਸਤੂ ਦਾ ਐਕਸਪੋਰਟ ਕਰੇਗਾ ਜਿਸ ਦਾ ਉਤਪਾਦਨ ਕਰਨ ਦੇ ਵਿੱਚ ਸਾਧਨਾਂ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਤਾਂ ਇਹਨਾਂ ਦੇ ਇਸ ਥਿਊਰੀ ਦੇ ਮੁਤਾਬਕ ਲਾਗਤ ਦੇ ਵਿੱਚ ਅੰਤਰ ਸਾਧਨਾਂ ਦੀ ਉਪਲਬਧਤਾ ਕਰਕੇ, ਸਾਧਨਾਂ ਦੀ ਸਪਲਾਈ ਕਰਕੇ ਹੈ। ਤਾਂ ਇਸ ਸਿਧਾਂਤ ਦੀ ਜਿਹੜੀ ਡੈਫੀਨੇਸ਼ਨ ਹੈ, ਸੈਲਵਾਡੋਰ ਇੱਕ ਇਕੋਨੋਮਿਸਟ ਹੈ, SALVATORE, ਸੈਲਵਾਡੋਰ ਇੱਕ ਅਰਥਸ਼ਾਸਤਰੀ ਹੈ। ਉਹਨਾਂ ਦੇ ਮੁਤਾਬਕ ਐਚਓ ਥਿਊਰੀ ਜਿਹੜੀ ਹੈ, ਐਚਓ ਸਿਧਾਂਤ ਜਿਹਨੂੰ ਅਸੀਂ ਹੈਕਸਰ ਓਇਲਨ ਥਿਊਰੀ ਕਹਿੰਦੇ ਹਾਂ, ਉਹਨਾਂ ਦੇ ਮੁਤਾਬਕ ਸਾਧਨਾਂ ਦੀ ਜਿਹੜੀ ਉਪਲਬਧਤਾ ਹੈ, ਸਾਧਨਾਂ ਦੀ ਜਿਹੜੀ ਸਪਲਾਈ ਦੇ ਵਿੱਚ ਅੰਤਰ ਦੇ ਕਾਰਨ ਸਾਧਨਾਂ ਦੀ ਕੀਮਤਾਂ ਦੇ ਵਿੱਚ ਅੰਤਰ ਹੁੰਦਾ ਹੈ। ਇਹ ਇੱਕ ਅੰਤਰਰਾਸ਼ਟਰੀ ਵਪਾਰ ਦਾ ਮੁੱਖ ਕਾਰਨ ਹੈ। ਇਹ ਥਿਊਰੀ ਇਸ ਗੱਲ ਨੂੰ ਦੀ ਅਨੁਮਾਨ ਲਗਾਉਂਦੀ ਹੈ ਕਿ ਇੱਕ ਰਾਸ਼ਟਰ ਜਿਹੜਾ ਹੈ, ਇੱਕ ਦੇਸ਼ ਜਿਹੜਾ ਹੈ, ਉਹਨਾਂ ਵਸਤੂਆਂ ਦਾ, ਉਸ ਵਸਤੂ ਦਾ ਨਿਰਯਾਤ ਕਰੇਗਾ ਜਿਸ ਦਾ ਉਤਪਾਦਨ ਕਰਨ ਦੇ ਵਿੱਚ ਸਾਧਨਾਂ ਦੀ
ਬਹੁਲਤਾ ਪਾਈ ਜਾਂਦੀ ਹੈ, ਸਾਧਨਾਂ ਦੀ ਅਬੰਡੈਂਸ ਪਾਈ ਜਾਂਦੀ ਹੈ, ਸਾਧਨਾਂ ਦੀ ਸਪਲਾਈ ਕੀ ਹੈ ਜ਼ਿਆਦਾ ਪਾਈ ਜਾਂਦੀ ਹੈ। ਨੈਚੁਰਲੀ ਜੇ ਸਾਧਨਾਂ ਦੀ ਸਪਲਾਈ ਜ਼ਿਆਦਾ ਹੋਏਗੀ, ਸਾਧਨਾਂ ਦੀ ਕੀਮਤ ਘੱਟ ਹੋਏਗੀ। ਜੇ ਸਾਧਨਾਂ ਦੀ ਕੀਮਤ ਘੱਟ ਹੋਏਗੀ, ਵਸਤੂ ਦੀ ਕੀਮਤ ਵੀ ਕੀ ਹੈ ਘੱਟ ਹੋਏਗੀ। ਅਤੇ ਉਸ ਵਸਤੂ ਦਾ ਇਹ ਦੇਸ਼ ਜਿਹੜਾ ਹੈ ਆਯਾਤ ਕਰੇਗਾ। ਜਿਸ ਵਸਤੂ ਦਾ ਉਤਪਾਦਨ ਕਰਨ ਦੇ ਲਈ ਜਿਹੜੇ ਸਾਧਨ ਦੀ ਜ਼ਰੂਰਤ ਹੁੰਦੀ ਹੈ, ਉਹ ਜੇ ਘੱਟ ਮਾਤਰਾ ਵਿੱਚ ਪਾਏ ਜਾਂਦੇ, ਦੁਰਲਭ ਮਾਤਰਾ ਵਿੱਚ ਪਾਏ ਜਾਂਦੇ। ਜੇ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਸਾਧਨ, ਤਾਂ ਸਾਧਨਾਂ ਦੀ ਲਾਗਤ ਕੀ ਹੈ ਜ਼ਿਆਦਾ ਹੋਏਗੀ। ਲਾਗਤ ਜ਼ਿਆਦਾ ਹੋਣ ਦੇ ਕਾਰਨ ਇਸ ਵਸਤੂ ਦੀ ਕੀਮਤ ਵੀ ਕੀ ਹੈ ਜ਼ਿਆਦਾ ਹੋਏਗੀ। ਤੇ ਕੀਮਤ ਜ਼ਿਆਦਾ ਹੋਣ ਦੇ ਕਾਰਨ ਇਸ ਵਸਤੂ ਦਾ ਇਹ ਦੇਸ਼ ਜਿਹੜਾ ਹੈ ਆਯਾਤ ਕਰੇਗਾ। ਤਾਂ ਇਸ ਥਿਊਰੀ ਦੇ ਮੁਤਾਬਕ ਵਸਤੂ ਦੀ ਕੀਮਤ ਦੇ ਵਿੱਚ ਅੰਤਰ ਸਾਧਨਾਂ ਦੀ ਜਿਹੜੀ ਸਪਲਾਈ ਹੈ ਉਸ ਦੇ ਵਿੱਚ ਅੰਤਰ ਦੇ ਕਾਰਨ ਹੁੰਦਾ ਹੈ। ਇਸੇ ਕਰਕੇ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ। ਜਦੋਂ ਇੱਕ ਦੇਸ਼ ਦਾ ਦੂਸਰੇ ਦੇਸ਼ ਨਾਲ ਵਪਾਰ ਹੋਏਗਾ, ਤੇ ਜਦੋਂ ਅਸੀਂ ਅੰਤਰਰਾਸ਼ਟਰੀ ਵਪਾਰ ਕਰਾਂਗੇ, ਤਾਂ ਸਾਧਨਾਂ ਦੀ ਜਿਹੜੀ ਕੀਮਤ ਹੈ ਉਹਦੇ ਵਿੱਚ ਕਮੀ ਆਏਗੀ। ਤਾਂ ਸੈਲਵਾਡੋਰ ਨੇ ਐਚਓ ਥਿਊਰੀ ਨੂੰ ਇਸ ਤਰੀਕੇ ਦੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਜੇ ਅਸੀਂ ਇਸ ਥਿਊਰੀ ਦੀ ਅਜੰਪਸ਼ਨਸ ਦੀ ਗੱਲ ਕਰੀਏ ਕਿ ਕਿਹੜੀ ਅਜੰਪਸ਼ਨਸ ਦੇ ਆਧਾਰ ਤੇ, ਮਾਨਤਾਵਾਂ ਦੇ ਆਧਾਰ ਤੇ ਇਹ ਥਿਊਰੀ ਜਿਹੜੀ ਹੈ ਡਿਵੈਲਪ ਹੋਈ ਹੈ, ਉਹ ਅਸੀਂ ਡਿਸਕਸ ਕਰਦੇ ਹਾਂ। ਕਿ ਇਸ ਥਿਊਰੀ ਦੇ ਵਿੱਚ ਅਸੀਂ 2x2x2 ਮਾਡਲ ਅਸੀਂ ਇਸ ਥਿਊਰੀ ਨੂੰ ਕਹਿੰਦੇ ਹਾਂ। ਪਹਿਲੀ ਜਿਹੜੀ ਕਲਾਸੀਕਲ ਥਿਊਰੀ ਸੀ ਉਸ ਦੇ ਵਿੱਚ ਅਸੀਂ ਦੋ ਦੇਸ਼ ਅਤੇ ਦੋ ਵਸਤੂਆਂ ਲੈਂਦੇ, 2x2। ਲੇਕਿਨ ਇਸ ਸਿਧਾਂਤ ਦੇ ਵਿੱਚ ਅਸੀਂ ਦੋ ਵਸਤੂਆਂ, ਦੋ ਦੇਸ਼ ਅਤੇ ਦੋ ਸਾਧਨ ਲੈਂਦੇ ਹਾਂ। ਮਤਲਬ ਸਾਧਨ ਜਿਹੜੇ ਨੇ ਇਹਦੇ ਵਿੱਚ ਐਡ ਹੋ ਗਏ। ਤਾਂ ਸਾਧਨ ਅਸੀਂ ਮੰਨ ਕੇ ਚੱਲਦੇ ਹਾਂ ਕਿ ਮੰਨ ਲਓ ਦੋ ਉਤਪਾਦਨ ਦੇ ਸਾਧਨ ਹੈ, ਲੇਬਰ ਅਤੇ ਕੈਪੀਟਲ, ਅਤੇ ਦੋ ਦੇਸ਼ਾਂ ਦੇ ਵਿਚਕਾਰ ਵਿੱਚ ਵਪਾਰ ਹੁੰਦਾ ਹੈ, ਅਤੇ ਦੋ ਵਸਤੂਆਂ ਜਿਹੜੀਆਂ ਨੇ ਇਹ ਜਿਹੜੇ ਦੇਸ਼ ਨੇ ਉਹ ਬਣਾਉਂਦੇ ਨੇ। ਅਤੇ ਦੋ ਦੇਸ਼ਾਂ ਦੇ ਵਿਚਕਾਰ ਜਿਹੜਾ ਪ੍ਰੋਡਕਸ਼ਨ ਫੰਕਸ਼ਨ ਹੈ, ਜਿਹੜਾ ਉਤਪਾਦਨ ਦਾ ਫਲਨ ਹੈ, ਉਹ ਵੀ ਕੀ ਹੈ ਸਮਾਨ ਹੈ। ਇਹ ਨਹੀਂ ਹੈ ਕਿ ਇੱਕ ਦੇਸ਼ ਦੇ ਵਿੱਚ ਉਤਪਾਦਨ ਫਲਨ ਕੁਝ ਹੋਰ ਹੈ, ਦੂਸਰੇ ਦੇਸ਼ ਦੇ ਵਿੱਚ ਉਤਪਾਦਨ ਫਲਨ ਕੁਝ ਹੋਰ ਹੈ। ਤਾਂ ਪ੍ਰੋਡਕਸ਼ਨ ਫੰਕਸ਼ਨ ਜਿਹੜਾ ਹੈ ਉਹ ਦੋਨੋਂ ਦੇਸ਼ਾਂ ਦੇ ਵਿੱਚ ਹਰੇਕ ਵਸਤੂ ਦੇ ਲਈ ਉਹ ਕੀ ਹੈ ਸਮਾਨ। ਫਿਰ ਤੀਸਰੀ ਜਿਹੜੀ ਅਜੰਪਸ਼ਨ ਇਸ ਸਿਧਾਂਤ ਦੇ ਵਿੱਚ ਲਈ ਗਈ ਹੈ ਉਹ ਇਹ ਹੈ, ਜਿਹੜੀ ਕਿ ਕਲਾਸੀਕਲ ਥਿਊਰੀ 'ਚ ਵੀ ਲਈ ਗਈ ਸੀ, ਕਿ ਵਿਦਿਨ ਦਾ ਕੰਟਰੀ, ਦੇਸ਼ ਦੀ ਸੀਮਾ ਦੇ ਅੰਦਰ ਤਾਂ ਜਿਹੜੇ ਉਤਪਾਦਨ ਦੇ ਸਾਧਨ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਸਾਨੀ ਨਾਲ ਜਾ ਸਕਦੇ ਹਨ, ਪੂਰਨ ਤੌਰ ਤੇ ਮੋਬਾਈਲ ਨੇ, ਗਤੀਸ਼ੀਲ ਨੇ। ਲੇਕਿਨ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਇਹ ਸਾਧਨ ਜਿਹੜੇ ਨੇ ਗਤੀਹੀਨ ਨੇ। ਮਤਲਬ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜੇ ਸਾਧਨ ਜਾਣਾ ਹੋਵੇ, ਸਾਧਨਾਂ ਨੇ ਜਾਣਾ ਹੋਵੇ ਤਾਂ ਨਹੀਂ ਜਾ ਸਕਦੇ। ਤਾਂ ਫਿਰ ਚੌਥੀ ਅਜੰਪਸ਼ਨ ਜਿਹੜੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਾਰੀਆਂ ਮਾਰਕੀਟਸ ਦੇ ਵਿੱਚ ਪੂਰਨ ਪ੍ਰਤੀਯੋਗਿਤਾ ਪਾਈ ਜਾਂਦੀ ਹੈ, ਜਿਸ ਦੇ ਕਾਰਨ ਸਾਰੇ ਫੈਕਟਰਸ ਨੂੰ ਪੂਰਨ ਰੁਜ਼ਗਾਰ ਮਿਲਿਆ ਹੁੰਦਾ, ਅਤੇ ਉਤਪਾਦਨ ਦੇ ਸਾਧਨਾਂ ਨੂੰ ਜਿਹੜਾ ਉਹਨਾਂ ਦਾ ਇਫਸਾਨਾ ਹੈ, ਜਿਹੜਾ ਉਹਨਾਂ ਨੂੰ ਰਿਵਾਰਡ ਹੈ, ਉਹਨਾਂ ਦੀ ਸੀਮਾਂਤ ਉਤਪਾਦਕਤਾ ਦੇ ਅਨੁਸਾਰ ਦਿੱਤਾ ਜਾਂਦਾ ਹੈ। ਜੋ ਜੇ ਕਿਸੇ ਸਾਧਨ ਦੀ ਉਤਪਾਦਨ ਸੀਮਾਂਤ ਉਤਪਾਦਕਤਾ ਜ਼ਿਆਦਾ ਹੈ ਉਹਨੂੰ ਅਵਾਰਡ ਜ਼ਿਆਦਾ, ਜੇ ਸੀਮਾਂਤ ਉਤਪਾਦਕਤਾ ਘੱਟ ਹੈ ਤਾਂ ਅਵਾਰਡ ਕੀ ਹੈ ਘੱਟ। ਅਤੇ ਜਿਹੜੀ ਵਸਤੂ ਦੀ ਕੀਮਤਾਂ ਨੇ ਉਹਨਾਂ ਦੀ ਸੀਮਾਂਤ ਉਤਪਾਦਕਤਾ ਦੇ ਬਰਾਬਰ ਹੁੰਦੀ ਹੈ। ਜਿੰਨਾ ਸੀਮਾਂਤ ਉਤਪਾਦਨ ਹੋਏਗਾ ਵਸਤੂ ਦੀ ਕੀਮਤ ਵੀ ਉਸਦੇ ਬਰਾਬਰ ਹੋਏਗੀ। ਤਾਂ ਫਿਰ ਪੰਜਵੀਂ ਅਜੰਪਸ਼ਨ ਜਿਹੜੀ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੋਈ ਵਸਤੂਆਂ ਦੇ ਵਟਾਂਦਰੇ ਤੇ ਕੋਈ ਪ੍ਰਤੀਬੰਧ ਨਹੀਂ ਲਗਾਇਆ ਜਾਂਦਾ। ਤਾਂ ਕਹਿਣ ਦਾ ਮਤਲਬ ਦੋ ਦੇਸ਼ਾਂ ਦੇ ਵਿਚਕਾਰ ਜਿਹੜਾ ਵਪਾਰ ਹੈ ਉਹ ਸੁਤੰਤਰ ਹੁੰਦਾ ਹੈ। ਸੁਤੰਤਰ ਇਨ ਦੀ ਸੈਂਸ ਕਿ ਕੋਈ ਕਲੋਜ਼ਡ ਇਕੋਨਮੀ ਨਹੀਂ ਹੈ, ਸਰਕਾਰ ਵੱਲੋਂ ਕੋਈ ਪ੍ਰਤੀਬੰਧ ਨਹੀਂ ਲਗਾਇਆ ਜਾਂਦਾ, ਕੋਈ ਰੁਕਾਵਟ ਨਹੀਂ ਹੁੰਦੀ, ਕੋਈ ਪ੍ਰੋਟੈਕਸ਼ਨ ਨਹੀਂ ਹੁੰਦੀ, ਕੋਈ ਟੈਕਸ ਨਹੀਂ ਲਗਾਇਆ ਜਾਂਦਾ। ਅਤੇ ਕੰਜ਼ਿਊਮਰਸ ਦੇ ਜਿਹੜੇ ਟੇਸਟ ਨੇ ਅਤੇ ਜਿਹੜੀ ਪ੍ਰੈਫਰੈਂਸਿਸ ਹੈ, ਜਿਹੜੀ ਤਰਜੀਹ ਹੈ, ਦੋਨੋਂ ਦੇਸ਼ਾਂ ਵਿੱਚ ਕੰਜ਼ਿਊਮਰ ਦੀ ਜਿਹੜੀ ਟੇਸਟ ਨੇ ਉਹ ਕੀ ਹੈ ਸਮਾਨ। ਇੱਕ ਦੇਸ਼ ਦੇ ਵਿੱਚ ਜਿਹਨਾਂ ਵਸਤੂਆਂ ਨੂੰ ਪਸੰਦ ਕੀਤਾ ਜਾਂਦਾ ਹੈ, ਦੂਸਰੇ ਦੇਸ਼ 'ਚ ਵੀ ਉਹਨਾਂ ਵਸਤੂਆਂ ਨੂੰ ਹੀ ਪਸੰਦ ਕੀਤਾ ਜਾਂਦਾ। ਤਾਂ ਫਿਰ ਜਿਹੜੀ 7th ਅਜੰਪਸ਼ਨ ਹੈ ਉਹ ਹੈ ਉਤਪਾਦਨ ਦੀ ਤਕਨੀਕ ਜਿਹੜੀ ਦੋਨੋਂ ਦੇਸ਼ਾਂ ਵਿੱਚ ਲਗਾਈ ਜਾਂਦੀ ਹੈ ਉਹ ਕੀ ਹੈ ਸਮਾਨ, ਸੇਮ ਹੈ। ਉਤਪਾਦਨ ਦੀ ਤਕਨੀਕ ਕੀ ਹੈ ਸੇਮ। ਅਤੇ
कोई जिहड़ी ट्रांसपोर्ट कॉस्ट है, आवाजाही की लागत की कमी होंदी है। मतलब कि क्लासिकल थ्योरी च भी असीं मन्निया सी है कि ट्रांसपोर्ट कॉस्ट कोई नहीं होंदी। फिर फैक्टर एंडोमेंट्स आर डिफरेंट इन टू कंट्रीज, ये मानता थोड़ी जी अलग है कि दो देशों के विचकार ਜਿਹੜੇ ਸਾਧਨ ਪਾਏ ਜਾਂਦੇ ਨੇ ਉਹਨਾਂ ਦੀ ਉਪਲਬਧਤਾ, ਉਹਨਾਂ ਦੀ ਸਪਲਾਈ ਉਹ ਅਲੱਗ ਹੈ। ਕਿਸੇ ਦੇਸ਼ ਦੇ ਵਿੱਚ ਲੇਬਰ ਜ਼ਿਆਦਾ ਨੇ, ਕਿਸੇ ਦੇਸ਼ ਦੇ ਵਿੱਚ ਕੀ ਹੈ, ਕੈਪੀਟਲ ਜ਼ਿਆਦਾ ਹੈ। ਤਾਂ ਦੋਨਾਂ ਦੇਸ਼ਾਂ ਵਿੱਚ ਕੈਪੀਟਲ ਜ਼ਿਆਦਾ ਹੋਵੇ ਜਾਂ ਲੇਬਰ ਘੱਟ ਹੋਣ, ਜਾਂ ਦੋਨਾਂ ਦੇਸ਼ਾਂ ਵਿੱਚ ਲੇਬਰ ਜ਼ਿਆਦਾ ਹੋਣ ਕੈਪੀਟਲ ਘੱਟ ਹੋਵੇ, ਐਸਾ ਨਹੀਂ ਹੈ। ਇੱਕ ਦੇਸ਼ ਦੇ ਵਿੱਚ ਲੇਬਰ ਜ਼ਿਆਦਾ ਹੈ, ਦੂਸਰੇ ਦੇਸ਼ ਦੇ ਵਿੱਚ ਕੈਪੀਟਲ ਜ਼ਿਆਦਾ। ਜੇ ਅਸੀਂ ਦੋ ਸਾਲਾਂ ਨੂੰ ਮੰਨਦੇ ਹਾਂ ਤਾਂ ਫਿਰ ਜਿਹੜੀ 10th ਐਜੰਪਸ਼ਨ ਅਸੀਂ ਮੰਨਦੇ ਹਾਂ ਕਿ ਗੁਡਸ ਨੂੰ ਉਹਨਾਂ ਦੀ ਫੈਕਟਰ ਇੰਟੈਂਸਿਟੀ ਦੇ ਮੁਤਾਬਕ, ਫੈਕਟਰ ਇੰਟੈਂਸਿਟੀ ਮੀਨਸ ਕਿ ਸਾਧਨਾਂ ਦੀ ਉਪਲਬਧਤਾ ਕਿੰਨੀ ਹੈ, ਉਸ ਦੇ ਮੁਤਾਬਕ ਇਹਨਾਂ ਨੂੰ ਵੰਡਿਆ ਜਾਂਦਾ ਹੈ। ਜਿਸ ਦੇਸ਼ ਦੇ ਵਿੱਚ ਪੂੰਜੀ ਜ਼ਿਆਦਾ ਹੁੰਦੀ ਹੈ ਉਹਨੂੰ ਕੈਪੀਟਲ ਇੰਟੈਂਸਿਵ ਕਹਿੰਦੇ ਆ, ਤੇ ਜਿਨ੍ਹਾਂ ਵਸਤੂਆਂ ਨੂੰ ਜ਼ਿਆਦਾ ਪੂੰਜੀ ਲਗਾ ਕੇ ਉਤਪਾਦਿਤ ਕੀਤਾ ਜਾਂਦਾ ਹੈ ਉਹਨੂੰ ਕੈਪੀਟਲ ਇੰਟੈਂਸਿਵ ਗੁਡਸ ਕਹਿੰਦੇ ਆ, ਪੂੰਜੀ ਗਹਿਨ ਵਸਤੂਆਂ। ਅਤੇ ਜਿਨ੍ਹਾਂ ਵਸਤੂਆਂ ਨੂੰ ਲੇਬਰ ਦੀ ਜ਼ਿਆਦਾ ਵਰਤੋਂ ਕਰਕੇ ਉਤਪਾਦਨ ਕੀਤਾ ਜਾਂਦਾ ਹੈ ਉਹਨੂੰ ਕਹਿੰਦੇ ਆ ਲੇਬਰ ਇੰਟੈਂਸਿਵ ਗੁਡਸ। ਫਿਰ ਉਹ ਪ੍ਰੋਡਕਸ਼ਨ ਫੰਕਸ਼ਨ ਜਿਹੜਾ ਹੈ ਸਾਰੇ ਗੁਡਸ ਦਾ ਸਮਾਨ ਹੈ। ਜਿਹੜੀ ਪ੍ਰੋਡਕਸ਼ਨ ਫੰਕਸ਼ਨ ਹੋਮੋਜੀਨੀਅਸ ਫਸਟ ਡਿਗਰੀ ਦਾ ਹੈ, ਮਤਲਬ ਕੌਨਸਟੈਂਟ ਪ੍ਰੋਡਕਸ਼ਨ ਹੈ। ਮਤਲਬ ਜੇ ਅਸੀਂ ਸਾਧਨਾਂ ਨੂੰ ਡਬਲ ਕਰ ਦਾਂਗੇ ਉਤਪਾਦਨ ਵੀ ਡਬਲ ਹੋ ਜਾਏਗਾ, ਜੇ ਸਾਧਨਾਂ ਨੂੰ 3 ਗੁਣਾ ਕਰ ਦਾਂਗੇ ਤਾਂ ਉਤਪਾਦਨ ਵੀ 3 ਗੁਣਾ ਹੋ ਜਾਏਗਾ। ਇਹਦਾ ਮਤਲਬ ਕੌਨਸਟੈਂਟ ਰਿਟਰਨਸ ਟੂ ਕੌਨਸਟੈਂਟ ਲਾ ਆਫ ਰਿਟਰਨਸ ਜਿਹੜਾ ਹੈ ਇਹਨਾਂ ਤੇ ਲਾਗੂ ਹੁੰਦਾ ਹੈ। ਸਮਾਨ ਪ੍ਰਤੀਫਲ ਦਾ ਨਿਯਮ ਜਿਹੜਾ ਹੈ ਉਹ ਲਾਗੂ ਹੁੰਦਾ ਹੈ। ਮਤਲਬ ਸਾਧਨ ਦੇ ਮੁਤਾਬਕ ਇਹ ਸਾਧਨ ਦੇ ਜਿਸ ਪ੍ਰਪੋਰਸ਼ਨ ਦੇ ਵਿੱਚ, ਜਿਸ ਅਨੁਪਾਤ ਦੇ ਵਿੱਚ ਅਸੀਂ ਸਾਧਨਾਂ ਵਿੱਚ ਤਬਦੀਲੀ ਕਰਦੇ ਹਾਂ ਉਸੇ ਅਨੁਪਾਤ ਦੇ ਵਿੱਚ ਉਤਪਾਦਨ ਦੇ ਵਿੱਚ ਕੀ ਹੁੰਦੀ ਹੈ, ਤਬਦੀਲੀ ਹੁੰਦੀ ਹੈ। ਤਾਂ ਇਹ ਇਸ ਸਿਧਾਂਤ ਦੇ ਵਿੱਚ ਅਸੀਂ ਅਜੰਪਸ਼ਨਸ ਅਸੀਂ ਲਈਆਂ ਸੀ। ਫਿਰ ਇਸ ਸਿਧਾਂਤ ਨੂੰ ਜੇ ਅਸੀਂ ਡਿਸਕਸ ਕਰਦੇ ਹਾਂ, ਐਕਸਪਲੇਨ ਕਰਦੇ ਹਾਂ, ਤਾਂ ਐਕਸਪਲੇਨੇਸ਼ਨ ਜਿਹੜੀ ਹੈ ਅਸੀਂ ਪਹਿਲਾਂ ਵੀ ਥੋੜ੍ਹੀ ਜਿਹੀ ਕਰ ਚੁੱਕੇ ਹਾਂ ਕਿ ਅਸੀਂ ਅਜੰਪਸ਼ਨ 'ਚ ਵੀ ਮੰਨਿਆ ਕਿ ਦੋ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਉਹਨਾਂ ਦੋਨੋਂ ਦੇਸ਼ਾਂ ਦੇ ਵਿੱਚ ਸਾਧਨਾਂ ਦੀ ਜਿਹੜੀ ਸਪਲਾਈ ਹੈ ਉਸ ਦੇ ਵਿੱਚ ਅੰਤਰ ਪਾਇਆ ਜਾਂਦਾ। ਜਿਸ ਦੇਸ਼ ਦੇ ਵਿੱਚ ਕੈਪੀਟਲ ਜ਼ਿਆਦਾ ਪਾਏ ਜਾਂਦੇ ਨੇ, ਕੈਪੀਟਲ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਉਸ ਦੇਸ਼ ਦੇ ਵਿੱਚ ਕੈਪੀਟਲ ਤੋਂ ਬਣੀ ਹੋਈ ਵਸਤੂਆਂ ਦਾ ਉਤਪਾਦਨ ਕੀਤਾ ਜਾਂਦਾ ਹੈ, ਕਿਉਂਕਿ ਉਸ ਦੇਸ਼ ਦੇ ਵਿੱਚ ਕੈਪੀਟਲ ਜਿਹੜੀ ਹੈ ਉਹ ਕੀ ਸਸਤੀ ਹੋਏਗੀ। ਕੈਪੀਟਲ ਤੋਂ ਬਣੀ ਹੋਈਆਂ ਵਸਤੂਆਂ ਜਿਹੜੀਆਂ ਨੇ ਸਸਤੀਆਂ ਹੋਣਗੀਆਂ ਅਤੇ ਉਹ ਦੇਸ਼ ਜਿਹੜਾ ਹੈ ਕੈਪੀਟਲ ਤੋਂ ਬਣੀ ਹੋਈ ਵਸਤੂਆਂ ਜਾਂ ਕੈਪੀਟਲ ਇੰਟੈਂਸਿਵ ਗੁਡਸ ਨੂੰ ਕੀ ਕਰੇਗਾ, ਐਕਸਪੋਰਟ ਕਰੇਗਾ। ਦੂਸਰੇ ਦੇਸ਼ ਦੇ ਵਿੱਚ ਜੇ ਲੇਬਰ ਅਬੰਡੈਂਟ ਹੈ, ਲੇਬਰ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਨੇ ਕੈਪੀਟਲ ਨਾਲੋਂ, ਤਾਂ ਉਸ ਦੇਸ਼ ਦੇ ਵਿੱਚ ਲੇਬਰ ਨੂੰ ਯੂਜ਼ ਕਰਕੇ ਵਸਤੂਆਂ ਨੂੰ ਬਣਾਇਆ ਜਾਏਗਾ ਤਾਂ ਉਸ ਨੂੰ ਲੇਬਰ ਇੰਟੈਂਸਿਵ ਗੁਡਸ ਅਸੀਂ ਕਹਿੰਦੇ ਹਾਂ। ਤਾਂ ਉਹ ਦੇਸ਼ ਜਿਹੜਾ ਹੈ ਲੇਬਰ ਤੋਂ ਬਣੀ ਹੋਈਆਂ ਵਸਤੂਆਂ ਨੂੰ ਕੀ ਕਰੇਗਾ, ਦੂਜੇ ਦੇਸ਼ਾਂ ਨੂੰ ਐਕਸਪੋਰਟ ਕਰੇਗਾ। ਕਿਉਂਕਿ ਜਿਸ ਦੇਸ਼ ਦੇ ਵਿੱਚ ਕੈਪੀਟਲ ਜ਼ਿਆਦਾ ਪਾਈ ਜਾਂਦੀ ਹੈ ਉਸ ਦੇ ਵਿੱਚ ਕੈਪੀਟਲ ਸਸਤੀ ਹੈ ਅਤੇ ਕੈਪੀਟਲ ਤੋਂ ਬਣੀ ਹੋਈਆਂ ਵਸਤੂਆਂ ਸਸਤੀਆਂ ਨੇ। ਜਿਸ ਦੇ ਦੇਸ਼ ਦੇ ਵਿੱਚ ਲੇਬਰ ਜ਼ਿਆਦਾ ਪਾਈ ਜਾਂਦੀ ਹੈ ਉਸ ਦੇਸ਼ ਦੇ ਵਿੱਚ ਲੇਬਰ ਸਸਤੀ ਹੋਏਗੀ, ਲੇਬਰ ਦੀ ਪ੍ਰਾਈਸ ਸਸਤੀ ਹੋਏਗੀ, ਲੇਬਰ ਦੀ ਕੋਸਟ ਸਸਤੀ ਹੋਏਗੀ, ਤਾਂ ਉਸ ਦੇਸ਼ ਦੇ ਵਿੱਚ ਲੇਬਰ ਤੋਂ ਬਣੀ ਹੋਈਆਂ ਵਸਤੂਆਂ ਦਾ ਉਤਪਾਦਨ ਕਰਕੇ ਐਕਸਪੋਰਟ ਕੀਤਾ ਜਾਏਗਾ। ਤਾਂ ਇਸ ਦੀ ਐਕਸਪਲੇਨੇਸ਼ਨ ਨੂੰ ਅਸੀਂ ਫੈਕਟਰ ਐਂਡੋਮੈਂਟਸ ਜਿਹਨੂੰ ਸਾਧਨਾਂ ਦੀ ਪੂਰਤੀ ਦੇ ਅੰਤਰ ਦੇ ਰੂਪ ਵਿੱਚ ਅਤੇ ਫੈਕਟਰ ਇੰਟੈਂਸਿਟੀ ਦੇ ਡਿਫਰੈਂਸ ਦੇ ਰੂਪ ਵਿੱਚ ਅਸੀਂ ਇਸ ਨੂੰ ਕੀ ਕਰਾਂਗੇ, ਐਕਸਪਲੇਨ। ਤਾਂ ਜੇ ਅਸੀਂ ਡਿਫਰੈਂਸ ਇਨ ਪ੍ਰਾਈਸ ਕ੍ਰਾਈਟੀਰੀਆ ਅਸੀਂ ਲਈਏ, ਪਹਿਲਾਂ ਪ੍ਰਾइस क्राइटेरिया या प्राइस क्राइटेरिया ऑफ फैक्टर अबंडेंस और स्केर्सिटी ये ਅਸੀਂ ਗੱਲ ਕਰਦੇ ਹਾਂ ਤਾਂ ਉਹ ਅਸੀਂ ਇਸ ਦੇ ਮੁਤਾਬਕ ਗੱਲ ਕਰਦੇ ਹਾਂ। ਅਸੀਂ ਮੰਨ ਕੇ ਚੱਲ ਰਹੇ ਹਾਂ ਆਪਣੀ ਉਦਾਹਰਨ ਦੇ ਵਿੱਚ ਕਿ ਮੰਨ ਲਓ ਦੋ ਦੇਸ਼ ਕਿਹੜੇ ਅਸੀਂ ਲੈਂਦੇ ਹਾਂ, ਜਰਮਨੀ ਅਤੇ ਇੰਡੀਆ। ਜਰਮਨੀ ਇੱਕ ਕੈਪੀਟਲ ਰਿਚ ਕੰਟਰੀ ਹੈ ਜਿਸ ਦੇ ਵਿੱਚ ਪੂੰਜੀ ਜ਼ਿਆਦਾ, ਮਜ਼ਦੂਰ ਘੱਟ ਹੈ। ਤਾਂ ਨੈਚੁਰਲੀ
ਪ੍ਰਾਈਸ ਆਫ ਕੈਪੀਟਲ ਜਿਹੜੀ ਹੈ ਇਸ ਦੇਸ਼ ਦੇ ਵਿੱਚ ਘੱਟ ਹੋਏਗੀ ਇੰਡੀਆ ਦੇ ਨਾਲੋਂ, ਕਿਉਂਕਿ ਇੰਡੀਆ ਵਿੱਚ ਲੇਬਰ ਜ਼ਿਆਦਾ ਪਾਈ ਜਾਂਦੇ ਹੈ। ਇਸ ਕਰਕੇ ਇੰਡੀਆ ਦੇ ਵਿੱਚ ਪ੍ਰਾਈਸ ਆਫ ਲੇਬਰ ਜਿਹੜੀ ਹੈ ਉਹ ਜਰਮਨ ਦੇ ਨਾਲੋਂ ਕੀ ਹੈ, ਘੱਟ ਹੋਏਗੀ। ਤਾਂ ਇੰਡੀਆ ਜਿਹੜਾ ਹੈ ਲੇਬਰ ਇੰਟੈਂਸਿਵ ਗੁੱਡਸ ਨੂੰ ਪ੍ਰੋਡਿਊਸ ਕਰੇਗਾ ਅਤੇ ਐਕਸਪੋਰਟ ਕਰੇਗਾ ਜਰਮਨੀ ਨੂੰ, ਅਤੇ ਜਰਮਨੀ ਜਿਹੜਾ ਹੈ ਕੈਪੀਟਲ ਇੰਟੈਂਸਿਵ ਗੁੱਡਸ ਨੂੰ ਪ੍ਰੋਡਿਊਸ ਕਰੇਗਾ ਅਤੇ ਉਹ ਇੰਡੀਆ ਨੂੰ ਐਕਸਪੋਰਟ ਕਰੇਗਾ। ਅਸੀਂ ਮੰਨ ਕੇ ਚੱਲਦੇ ਹਾਂ ਕਿ ਜਰਮਨੀ ਜਿਹੜਾ ਹੈ ਕੈਪੀਟਲ ਤੋਂ ਬਣੀ ਹੋਈ ਵਸਤੂ ਵਾਚ ਘੜੀਆਂ ਦਾ ਉਤਪਾਦਨ ਕਰਦਾ ਹੈ, ਅਤੇ ਇੰਡੀਆ ਜਿਹੜਾ ਹੈ ਲੇਬਰ ਤੋਂ ਬਣੀ ਹੋਈ ਵਸਤੂਆਂ ਜਿਹੜੀਆਂ ਸ਼ਰਟਸ ਕਮੀਜ਼ ਦਾ ਉਤਪਾਦਨ ਕਰਦਾ ਹੈ। ਇਹ ਅਸੀਂ ਆਪਣੀ ਉਦਾਹਰਨ ਦੇ ਵਿੱਚ ਅਜੰਪਸ਼ਨਸ ਲੈ ਰਹੇ ਹਾਂ। ਹੁਣ ਦੋ ਦੇਸ਼ ਹੋ ਗਏ ਜਰਮਨ ਅਤੇ ਇੰਡੀਆ, ਦੋ ਉਤਪਾਦਨ ਦੇ ਸਾਧਨ ਹੋ ਗਏ ਕੈਪੀਟਲ ਅਤੇ ਲੇਬਰ, ਅਤੇ ਦੋ ਹੀ ਵਸਤੂਆਂ ਹੋ ਗਈਆਂ ਵਾਚਿਸ ਐਂਡ ਸ਼ਰਟਸ, ਮਤਲਬ ਘੜੀਆਂ ਅਤੇ ਸ਼ਰਟਸ ਹੋ ਗਏ। ਤਾਂ ਜਿਹੜੀ ਉੱਪਰ PK upon PL is less than that of PK upon PL in India, ਇਹ ਕੀ ਸ਼ੋ ਕਰਦਾ ਹੈ ਕਿ ਜਰਮਨ ਦੇ ਵਿੱਚ ਜੇ ਅਸੀਂ ਪ੍ਰਾਈਸ ਆਫ ਕੈਪੀਟਲ ਦੀ ਰੇਸ਼ੋ ਨੂੰ ਪ੍ਰਾਈਸ ਆਫ ਲੇਬਰ ਦੇ ਨਾਲ ਲਈਏ that is less than that of, ਇਹ ਘੱਟ ਹੈ ਪ੍ਰਾਈਸ ਆਫ ਕੈਪੀਟਲ ਅਪੋਨ ਪ੍ਰਾਈਸ ਆਫ ਲੇਬਰ ਇੰਡੀਆ ਦੇ ਨਾਲ। ਇਸ ਦਾ ਮਤਲਬ ਜੇ ਪੂੰਜੀ ਅਤੇ ਮਜ਼ਦੂਰਾਂ ਦੀ ਜਿਹੜੀ ਪ੍ਰਾਈਸ ਦਾ ਅਨੁਪਾਤ ਅਸੀਂ ਜਰਮਨ ਦੇ ਵਿੱਚ ਲਈਏ ਤਾਂ ਇਹ ਜਿਹੜੀ ਰੇਸ਼ੋ ਹੈ ਇਹ ਇੰਡੀਆ ਦੀ ਰੇਸ਼ੋ ਦੇ ਨਾਲੋਂ ਘੱਟ ਹੈ। ਇਹ ਸ਼ੋ ਹੁੰਦਾ ਕਿ ਪ੍ਰਾਈਸ ਆਫ ਕੈਪੀਟਲ ਜਿਹੜੀ ਹੈ ਇੰਡੀਆ ਵਿੱਚ ਜ਼ਿਆਦਾ ਹੈ ਅਤੇ ਜਰਮਨ ਦੇ ਵਿੱਚ ਘੱਟ ਹੈ ਜੇ ਅਸੀਂ ਦੋਨੋਂ ਦੇਸ਼ਾਂ ਨੂੰ ਕੰਪੇਅਰ ਕਰਦੇ ਹਾਂ। ਤਾਂ ਹੁਣ ਇਸ ਡਾਇਗਰਾਮ ਦੇ ਵਿੱਚ ਅਸੀਂ ਨੂੰ ਐਕਸਪਲੇਨ ਕਰਦੇ ਹਾਂ। ਇਹ ਡਾਇਗਰਾਮ ਬਹੁਤ ਹੀ ਇੰਪੋਰਟੈਂਟ। ਇਸ ਡਾਇਗਰਾਮ ਦੇ ਵਿੱਚ ਐਕਸ ਐਕਸਿਸ ਤੇ ਅਸੀਂ ਲੇਬਰ ਲੈ ਰਹੇ ਹਾਂ, ਵਾਈ ਐਕਸਿਸ ਤੇ ਅਸੀਂ ਲੈ ਰਹੇ ਹਾਂ ਕੈਪੀਟਲ। ਦੋ ਉਤਪਾਦਨ ਦੇ ਸਾਧਨ ਲੇਬਰ ਅਤੇ ਕੈਪੀਟਲ ਲੈ ਰਹੇ ਹਾਂ। ਅਤੇ WW1 ਕਿ ਇਸ ਡਾਇਗਰਾਮ ਦੇ ਵਿੱਚ ਦੇਖਦੇ ਹਾਂ WW, ਇਹ ਇੱਕ ਸਾਡੇ ਕੋਲ ਆਈਸੋ ਪੁਆਇੰਟ ਜਿਹੜੀ ਕਿ 100 ਵਾਚਿਸ ਨੂੰ 100 ਵਾਚਿਸ ਨੂੰ ਪ੍ਰੋਡਿਊਸ ਕਰਦੀ। ਆਈਸੋ ਪੁਆਇੰਟ ਕੀ ਹੁੰਦਾ ਹੈ? ਆਈਸੋ ਪੁਆਇੰਟ ਹੁੰਦਾ ਹੈ ਕਿ ਉਹ ਕਰਵ ਜਿਹੜੀ ਕਿ ਦੋ ਵਸਤੂਆਂ ਦੇ ਜਿਹੜੀ ਕਿ ਸਾਨੂੰ ਦੋ ਉਤਪਾਦਨ ਦੇ ਸਾਧਨਾਂ ਦੇ ਇਹੋ ਜਿਹੇ ਜੋੜਿਆਂ ਨੂੰ ਦਰਸਾਉਂਦੀ ਹੈ ਜਿਸ ਦੇ ਸਮਾਨ ਉਤਪਾਦਨ ਹੁੰਦਾ ਹੈ। ਮਤਲਬ ਕਿ ਜਿਹੜੀ WW ਕਰਵ ਹੈ ਇਹ ਆਈਸੋ ਪੁਆਇੰਟ, ਆਈਸੋ ਮੀਨਸ ਸੇਮ, ਪੁਆਇੰਟ ਮੀਨਸ ਕੁਆਂਟਿਟੀ, ਸਮਾਨ ਉਤਪਾਦਨ ਵਾਲੀ ਵਕਰ। ਅਸੀਂ ਇਸ ਕਰਵ ਦੇ ਉੱਤੇ ਕਿਸੇ ਵੀ ਪੁਆਇੰਟ ਤੇ ਪਹੁੰਚ ਜਾਈਏ ਤਾਂ ਜਿਹੜੀਆਂ ਵਾਚਿਸ 100 ਹੀ ਪ੍ਰੋਡਿਊਸ ਹੋਣਗੀਆਂ, ਤੇ ਲੇਬਰ ਅਤੇ ਕੈਪੀਟਲ ਦੀ ਜਿਹੜੀ ਰੇਸ਼ੋ ਹੈ ਜਾਂ ਲੇਬਰ ਅਤੇ ਕੈਪੀਟਲ ਦਾ ਜਿਹੜਾ ਅਨੁਪਾਤ ਹੈ ਉਹ ਕੀ ਹੈ, ਅਲੱਗ ਹੋਏਗੀ। ਜੇ ਅਸੀਂ ਲੇਬਰ ਵੱਲ ਨੂੰ ਚੱਲਦੇ ਹਾਂ ਤਾਂ ਲੇਬਰ ਦਾ ਅਨੁਪਾਤ ਜ਼ਿਆਦਾ ਹੋਏਗਾ, ਕੈਪੀਟਲ ਦਾ ਅਨੁਪਾਤ ਘੱਟ ਹੋਏਗਾ। ਜੇ ਅਸੀਂ ਵਾਈ ਐਕਸਿਸ ਵੱਲ ਨੂੰ ਚੱਲਦੇ ਹਾਂ ਇਸ ਕਰਵ ਦੇ ਉੱਤੇ ਤਾਂ ਕੈਪੀਟਲ ਦੀ ਰੇਸ਼ੋ ਜ਼ਿਆਦਾ ਹੋਏਗੀ ਅਤੇ ਲੇਬਰ ਦਾ ਯੂਜ਼ ਕੀ ਹੈ, ਘੱਟ ਹੋਏਗਾ। ਪਰੰਤੂ ਉਤਪਾਦਨ ਜਿਹੜਾ ਹੈ ਉਹ 100 ਵਾਚਿਸ ਦਾ ਹੋਏਗਾ। ਇਹ ਹੋ ਗਿਆ ਆਈਸੋ ਪੁਆਇੰਟ ਦੀ ਡੈਫੀਨੇਸ਼ਨ, ਮਤਲਬ ਕਿ ਡਿਫਰੈਂਟ ਕੰਬੀਨੇਸ਼ਨ ਆਫ ਟੂ ਫੈਕਟਰਸ ਆਫ ਪ੍ਰੋਡਕਸ਼ਨ which give the same level of output. A curve shows such combination that known as iso point. ਮਤਲਬ ਕਿ ਦੋ ਉਤਪਾਦਨ ਦੇ ਸਾਧਨਾਂ ਦੇ ਵੱਖਰੇ ਵੱਖਰੇ ਜੋੜੇ ਜਿਹੜੇ ਕਿ ਵਸਤੂਆਂ ਦੇ ਇੱਕ ਵਸਤੂ ਦੇ ਸਮਾਨ ਉਤਪਾਦਨ ਨੂੰ ਦਰਸਾਉਂਦੀ ਹੈ, ਉਸ ਨੂੰ ਅਸੀਂ ਆਈਸੋ ਪੁਆਇੰਟ ਕਹਿੰਦੇ ਹਾਂ। ਅਤੇ SS ਵੀ ਆਈਸੋ ਪੁਆਇੰਟ ਹੈ ਜਿਹੜੀ ਕਿ 100 ਸ਼ਰਟਸ ਨੂੰ ਸ਼ੋ ਕਰਦੀ। SS ਜਿਹੜੀ ਹੈ ਆਈਸੋ ਪੁਆਇੰਟ ਹੈ ਸ਼ਰਟਸ ਦੀ, ਅਤੇ WW ਆਈਸੋ ਪੁਆਇੰਟ ਹੈ ਵਾਚਿਸ ਦੀ। ਅਤੇ ਇਸ ਕਰਵ ਦੇ ਵਿੱਚ, ਇਸ ਡਾਇਗਰਾਮ ਦੇ ਵਿੱਚ AB ਅਤੇ CD ਇਹ ਸਾਡੇ ਕੋਲ ਆਈਸੋ ਕੋਸਟ ਲਾਈਨ, ਸਮਾਨ ਲਾਗਤ ਵਕਰ ਹੈ। ਇਹ ਸਮਾਨ ਲਾਗਤ ਵਕਰ ਕੀ ਹੁੰਦੀ ਹੈ ਕਿ ਇਹ ਕਰਵ ਜਿਹੜੀ ਆਈਸੋ ਕੋਸਟ ਲਾਈਨ ਹੈ ਇਹ ਸਾਨੂੰ ਦੋ ਸਾਧਨਾਂ ਦੇ ਅਜਿਹੇ ਜੋੜਿਆਂ ਨੂੰ ਵਿਅਕਤ ਕਰਦੀ ਹੈ
ਜਿਨ੍ਹਾਂ ਦੀ ਲਾਗਤ ਜਿਹੜੀ ਹੈ ਉਹ ਸਮਾਨ ਹੁੰਦੀ ਹੈ। ਮਤਲਬ ਕਿ ਜੇ ਅਸੀਂ ਵਾਈ ਐਕਸਿਸ ਵੱਲ ਚੱਲਦੇ ਹਾਂ ਤਾਂ ਕੈਪੀਟਲ ਦੀ ਵਰਤੋਂ ਜ਼ਿਆਦਾ ਹੈ, ਜੇ ਅਸੀਂ ਐਕਸ ਐਕਸਿਸ ਵੱਲ ਮੂਵ ਕਰਦੇ ਹਾਂ ਟੁਵਰਡਸ ਐਕਸ, ਜ਼ੀਰੋ ਤੋਂ ਅਸੀਂ ਐਕਸ ਵੱਲ ਚੱਲਦੇ ਹਾਂ ਤਾਂ ਲੇਬਰ ਦੀ ਵਰਤੋਂ ਜ਼ਿਆਦਾ ਹੈ। ਕੰਬੀਨੇਸ਼ਨ ਲੇਬਰ ਅਤੇ ਕੈਪੀਟਲ ਦੇ ਅਲੱਗ-ਅਲੱਗ ਹੋ ਸਕਦੇ ਹਨ, ਪਰੰਤੂ ਉਹਨਾਂ ਦੀ ਲਾਗਤ ਜਿਹੜੀ ਹੈ ਉਹ ਕੀ ਹੈ, ਸੇਮ ਹੋਏਗੀ, ਚਾਹੇ ਅਸੀਂ ਕੈਪੀਟਲ ਜ਼ਿਆਦਾ ਯੂਜ਼ ਕਰ ਲਈਏ ਚਾਹੇ ਅਸੀਂ ਲੇਬਰ ਨੂੰ ਜ਼ਿਆਦਾ ਯੂਜ਼ ਕਰ ਲਈਏ। ਤਾਂ ਏ ਬੀ ਅਤੇ ਸੀ ਡੀ ਇਹ ਆਈਸੋ ਕੋਸਟ ਲਾਈਨਸ ਨੇ। ਡਬਲਿਊ ਅਤੇ ਐਸ ਜਿਹੜੀ ਹੈ ਇਹ ਸਾਡੇ ਕੋਲ ਆਈਸੋ ਕੁਆਂਟ ਕਰਵਸ ਨੇ। ਇਸੇ ਤਰ੍ਹਾਂ P1 Q1 ਅਤੇ P2 Q2 ਵੀ ਆਈਸੋ ਕੋਸਟ ਲਾਈਨਸ ਨੇ। ਤਾਂ ਹੁਣ ਏ ਬੀ ਕਰਵ ਜਿਹੜੀ ਹੈ ਉਹ ਸੀ ਡੀ ਦੇ ਪੈਰਲਲ ਹੈ, ਸੀ ਡੀ ਦੇ ਸਮਾਨਾਂਤਰ ਹੈ। ਏ ਬੀ ਕਰਵ ਸੀ ਡੀ ਦੇ ਸਮਾਨਾਂਤਰ ਇਹ ਸ਼ੋ ਕਰਦੀ ਹੈ ਕਿ ਇਹਨਾਂ ਦੋਨਾਂ ਕਰਵ ਦੀ ਜਿਹੜੀ ਸਲੋਪ ਹੈ, ਜਿਹੜੀ ਢਲਾਨ ਹੈ ਉਹ ਇੱਕ ਦੂਜੇ ਦੇ ਬਰਾਬਰ। ਜੇ ਢਲਾਨ ਇਹਨਾਂ ਦੀ ਇੱਕ ਦੂਜੇ ਦੇ ਬਰਾਬਰ ਹੈ ਤਾਂ ਇਸ ਦਾ ਮਤਲਬ ਕਿ ਇਹਨਾਂ ਦੀ ਜਿਹੜੀ ਪ੍ਰਾਈਸ ਰੇਸ਼ੋ ਹੈ ਉਹ ਵੀ ਕੀ ਹੈ, ਸੇਮ ਹੈ। ਨੀਚੇ ਲਿਖਿਆ ਹੋਇਆ ਹੈ ਕਿ ਉਹ ਏ, ਜੇ ਅਸੀਂ ਉਹ ਏ ਅਪੋਨ ਉਹ ਵੀ ਕਰੀਏ ਅਤੇ ਦੂਸਰੀ ਕਰਵ ਜਿਹੜੀ ਹੈ ਸੀ ਡੀ ਉਹ ਸੀ ਅਪੋਨ ਉਹ ਡੀ ਕਰੀਏ ਤਾਂ ਇਹ ਇਹਨਾਂ ਦੀ ਰੇਸ਼ੋ ਜਿਹੜੀ ਹੈ ਇੱਕ ਦੂਜੇ ਦੇ ਬਰਾਬਰ ਹੈ। ਇਹਦਾ ਮਤਲਬ ਕਿ ਇਹਨਾਂ ਦੀ ਜਿਹੜੀ ਢਲਾਨ ਹੈ ਉਹ ਵੀ ਇੱਕ ਦੂਜੇ ਦੇ ਬਰਾਬਰ ਹੈ। ਇਸੇ ਤਰ੍ਹਾਂ ਜਿਹੜੀਆਂ ਸਾਡੇ ਕੋਲ ਆਈਸੋ ਕੋਸਟ ਲਾਈਨਸ P1 Q1 ਹੈ ਅਤੇ P2 Q2 ਹੈ, ਇਹ ਵੀ ਇੱਕ ਦੂਜੇ ਦੇ ਸਮਾਨਾਂਤਰ ਹੈ। ਇੱਕ ਦੂਜੇ ਦੇ ਸਮਾਨਾਂਤਰ ਦਾ ਮਤਲਬ ਦੁਆਰਾ ਫਿਰ ਇਹਨਾਂ ਦੀ ਜਿਹੜੀ ਸਲੋਪ ਹੈ, ਇਹਨਾਂ ਦੀ ਜਿਹੜੀ ਢਲਾਨ ਹੈ ਉਹ ਇੱਕ ਦੂਜੇ ਦੇ ਬਰਾਬਰ ਹੈ। ਇਹ ਇੱਕ ਦੂਜੇ ਦੇ ਬਰਾਬਰ, ਇਹ ਨੀਚੇ ਅਸੀਂ ਲਿਖਿਆ ਹੋਇਆ ਹੈ ਕਿ ਇਹ ਸ਼ੋ ਕਰਦੀ ਹੈ OP1 ਅਪੋਨ OQ1। ਜੇ OP1 ਨੂੰ ਅਸੀਂ OQ1 ਦੇ ਨਾਲ ਡਿਵਾਈਡ ਕਰ ਦਈਏ ਅਤੇ ਇਹ ਬਰਾਬਰ ਹੈ OP2 ਅਪੋਨ OQ2। ਇਹ ਢਲਾਨ ਬਰਾਬਰ ਹੈ। ਢਲਾਨ ਬਰਾਬਰ ਦਾ ਮਤਲਬ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਵੀ ਇੱਕ ਦੂਜੇ ਦੇ ਕੀ ਹੈ, ਬਰਾਬਰ ਹੈ। ਤਾਂ ਇਹ ਸੀਗੀ ਕਿ ਇਸ ਡਾਇਗਰਾਮ ਦੇ ਵਿੱਚ ਫਿਗਰ 1 ਦੇ ਵਿੱਚ ਆਪਾਂ ਦੁਬਾਰਾ ਫਿਰ ਰਿਪੀਟ ਕਰਦੇ ਹਾਂ, ਗੱਲ ਕਰਦੇ ਹਾਂ ਕਿ WW ਅਤੇ SS ਸਾਡੇ ਕੋਲ ਦੋ ਆਈਸੋ ਕੁਆਂਟ ਕਰਵਸ ਨੇ। ਆਈਸੋ ਕੁਆਂਟ ਕਰਵ ਦਾ ਮਤਲਬ ਕਿ ਉਹ ਦੋ ਉਤਪਾਦ ਦੇ ਸਾਧਨਾਂ ਦੇ ਵੱਖਰੇ ਵੱਖਰੇ ਜੋੜੇ ਜਿਨ੍ਹਾਂ ਦਾ ਵਰਤੋਂ ਕਰਨ ਦੇ ਨਾਲ ਸਮਾਨ ਉਤਪਾਦਨ ਹੁੰਦਾ ਹੈ। WW ਕਰਵ ਸਾਨੂੰ ਵਾਚਿਸ ਦੀ ਪ੍ਰੋਡਕਸ਼ਨ ਨੂੰ ਸ਼ੋ ਕਰਦੀ ਹੈ ਅਤੇ SS ਕਰਵ ਸਾਨੂੰ ਸ਼ਰਟਸ ਦੀ ਪ੍ਰੋਡਕਸ਼ਨ ਦੀ ਸ਼ੋ ਕਰਦੀ ਹੈ, ਕਮੀਜ਼ਾਂ ਦੇ ਉਤਪਾਦਨ ਦੀ ਨੂੰ ਸ਼ੋ ਕਰਦੀ ਹੈ। ਅਸੀਂ ਅਜੰਪਸ਼ਨ 'ਚ ਲਿਆ ਕਿ ਲੇਬਰ ਦੀ ਵਰਤੋਂ ਜ਼ਿਆਦਾ ਇੰਡੀਆ ਵਿੱਚ ਹੋਏਗੀ ਅਤੇ ਕੈਪੀਟਲ ਦੀ ਵਰਤੋਂ ਜ਼ਿਆਦਾ ਜਰਮਨ 'ਚ ਹੋਏਗੀ ਅਤੇ ਕੈਪੀਟਲ ਤੋਂ ਬਣੀ ਹੋਈ ਵਸਤੂ ਜਿਹੜੀ ਜ਼ਿਆਦਾ ਪੂੰਜੀ ਦੀ ਵਰਤੋਂ ਕਰਕੇ ਅਸੀਂ ਵਾਚਿਸ ਨੂੰ ਬਣਾਉਂਦੇ ਹਾਂ ਅਤੇ ਜ਼ਿਆਦਾ ਮਜ਼ਦੂਰਾਂ ਦੀ ਵਰਤੋਂ ਕਰਕੇ ਅਸੀਂ ਸ਼ਰਟਸ ਨੂੰ ਬਣਾਉਂਦੇ ਹਾਂ। ਤਾਂ ਹੁਣ ਇਸ ਡਾਇਗਰਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ WW ਜਿਹੜੀ ਆਈਸੋ ਕੁਆਂਟ ਕਰਵ ਹੈ ਉਹ CD ਕਰਵ ਨੂੰ H ਬਿੰਦੂ ਤੇ ਟੱਚ ਕਰਦੀ ਹੈ। H ਬਿੰਦੂ ਤੇ ਟੇਂਜੈਂਟ ਹੈ। ਇਸ ਟੇਂਜੈਂਟ ਦਾ ਮਤਲਬ ਕੀ ਹੈ ਕਿ H ਬਿੰਦੂ ਤੇ ਜੇ ਜਰਮਨ ਵਾਚਿਸ ਬਣਾਉਂਦੀ ਹੈ, 100 ਵਾਚਿਸ ਪ੍ਰੋਡਿਊਸ ਕਰਦੀ ਹੈ, ਤਾਂ ਉਹ OF ਕੈਪੀਟਲ ਅਤੇ OM ਲੇਬਰ ਦੀ ਵਰਤੋਂ ਕਰਦੀ ਹੈ। ਮੈਂ ਰਿਪੀਟ ਕਰਦਾ ਕਿਉਂਕਿ ਟੈਕਨੀਕਲ ਪੁਆਇੰਟ ਹੈ। CD ਆਈਸੋ ਕੋਸਟ ਲਾਈਨ ਦੇ ਉੱਤੇ WW ਆਈਸੋ ਕੁਆਂਟ ਕਰਵ H ਬਿੰਦੂ ਤੇ ਛੂ ਰਹੀ ਹੈ। H ਬਿੰਦੂ ਤੇ ਜੇ ਡਾਇਗਰਾਮ ਨੂੰ ਗੌਰ ਨਾਲ ਦੇਖੀਏ ਤਾਂ ਇੱਕ ਅਸੀਂ ਜੇ ਪਰਪੈਂਡੀਕੂਲਰ H ਬਿੰਦੂ ਤੋਂ Y ਐਕਸਿਸ ਤੇ ਗੇਰਦੇ ਹਾਂ ਤਾਂ ਪੁਆਇੰਟ ਲਿਖਿਆ ਹੋਇਆ ਹੈ F। ਤਾਂ ਹੁਣ ਜੇ ਪੁਆਇੰਟ ਆਫ ਓਰੀਜਨ ਤੋਂ ਸ਼ੁਰੂ ਦੇ ਬਿੰਦੂ ਤੋਂ ਅਸੀਂ ਦੇਖਦੇ ਹਾਂ ਤਾਂ ਕਿੰਨੀ ਕੈਪੀਟਲ ਅਸੀਂ ਯੂਜ਼ ਕੀਤੀ OF ਅਤੇ ਕਿੰਨੀ ਲੇਬਰ ਯੂਜ਼ ਕੀਤੀ OM। ਮਤਲਬ ਕਿ 100 ਵਾਚਿਸ ਜੇ ਅਸੀਂ ਜਰਮਨ 'ਚ ਪ੍ਰੋਡਿਊਸ ਕਰਦੇ ਹਾਂ ਤਾਂ ਅਸੀਂ OF ਕੈਪੀਟਲ ਯੂਜ਼ ਕਰਦੇ ਹਾਂ ਅਤੇ OM ਲੇਬਰ ਯੂਜ਼ ਕਰਦੇ ਹਾਂ। ਲੇਕਿਨ
ਇਹ ਵੀ ਕਰਵ ਦੇ ਉੱਤੇ, ਇਹ ਵੀ ਆਈਸੋ ਕੋਸਟ ਲਾਈਨ ਦੇ ਉੱਤੇ ਇਸ ਜਿਹੜੀ ਐਸ ਐਸ ਕਰਵ ਹੈ ਉਹ ਜੇ ਬਿੰਦੂ ਤੇ ਟੱਚ ਕਰਦੇ। ਮੈਂ ਰਿਪੀਟ ਕਰਦਾ, ਐਸ ਐਸ ਜਿਹੜੀ ਆਈਸੋ ਪੁਆਇੰਟ ਕਰਵ ਹੈ ਇਹ ਵੀ ਆਈਸੋ ਕੋਸਟ ਲਾਈਨ ਤੇ ਜੇ ਬਿੰਦੂ ਤੇ ਟੱਚ ਕਰ ਰਹੇ। ਤਾਂ ਜੇ ਬਿੰਦੂ ਤੋਂ ਜੇ ਅਸੀਂ ਪਰਪੈਂਡੀਕੂਲਰ ਡਰਾ ਕਰਦੇ ਹਾਂ ਵਾਈ ਐਕਸਿਸ ਤੇ ਤਾਂ ਕੈਪੀਟਲ ਕੀ ਹੈ, ਸੇਮ ਹੈ। ਉਹ ਐਫ ਕੈਪੀਟਲ, ਜੇ ਅਸੀਂ ਹੁਣ ਇਹਦਾ ਮਤਲਬ ਕੀ ਹੋਇਆ, ਜੇ ਜਰਮਨ 100 ਸ਼ਰਟਸ ਪ੍ਰੋਡਿਊਸ ਕਰਦੀ ਹੈ ਤਾਂ ਉਸ ਨੂੰ ਉਹ ਐਫ ਕੈਪੀਟਲ, ਕੈਪੀਟਲ ਸੇਮ ਹੈ ਜਿੰਨੀ ਵਾਚਿਸ ਚ ਅਸੀਂ ਯੂਜ਼ ਕਰਦੇ ਹਾਂ, ਪਰ ਲੇਬਰ ਕੀ ਹੈ ਜ਼ਿਆਦਾ, ਉਹ M1 ਕੀ ਹੈ ਲੇਬਰ। मैं रिपीट करता है, डब्ल्यू डब्ल्यू आइसो पॉइंट कर्व सी डी आइसो कोस्ट लाइन ਨੂੰ डब्ल्यू एच बिंदु ਤੇ ਟੱਚ ਕਰ ਰਹੀ ਹੈ। एच ਬਿੰਦੂ ਤੇ ਮਤਲਬ ਕਿ 100 ਵਾਚਿਸ ਨੂੰ ਪ੍ਰੋਡਿਊਸ ਕਰਨ ਦੇ ਲਈ ਜਰਮਨ ਨੂੰ OF ਕੈਪੀਟਲ ਅਤੇ OM ਲੇਬਰ, ਅਤੇ ਜੇ ਜਰਮਨ ਸ਼ਰਟਸ ਨੂੰ ਪ੍ਰੋਡਿਊਸ ਕਰਦਾ ਹੈ 100 ਸ਼ਰਟਸ ਨੂੰ ਪ੍ਰੋਡਿਊਸ ਕਰਦਾ ਹੈ ਤਾਂ OF ਕੈਪੀਟਲ, ਕੈਪੀਟਲ ਸੇਮ ਅਤੇ ਲੇਬਰ ਜਿਹੜੀ ਹੈ ਉਹਨੂੰ ਜ਼ਿਆਦਾ ਲਗਾਉਣੀ ਪਏਗੀ OM1। ਤਾਂ ਇਸ ਦਾ ਮਤਲਬ ਕਿ ਜੇ ਵਾਚਿਸ ਨੂੰ ਛੱਡ ਕੇ ਜਰਮਨ ਸ਼ਰਟਸ ਨੂੰ ਪ੍ਰੋਡਿਊਸ ਕਰੇ ਤਾਂ ਕੋਸਟ ਆਫ ਪ੍ਰੋਡਕਸ਼ਨ ਕੀ ਹੈ ਜ਼ਿਆਦਾ ਹੋ ਜਾਂਦੀ ਹੈ, ਲੇਬਰ ਉਸ ਨੂੰ ਜ਼ਿਆਦਾ ਲਗਾਉਣੀ ਪੈਣੀ। ਕਿੰਨੇ ਜੇ ਲੇਬਰ ਜ਼ਿਆਦਾ ਲਗਾਉਣੀ ਪੈਣੀ ਹੈ, OM1 ਮਾਈਨਸ OM, ਦੈਟ ਇਜ਼ MM1 ਲੇਬਰ ਦੀ ਮਾਤਰਾ, ਲੇਬਰ ਦੀ ਸੰਖਿਆ ਉਸ ਨੂੰ ਜ਼ਿਆਦਾ ਲਗਾਉਣੀ ਪੈਣੀ ਹੈ। ਕਿਉਂਕਿ ਸ਼ਰਟਸ ਨੂੰ ਪ੍ਰੋਡਿਊਸ ਕਰਕੇ ਲੇਬਰ ਜ਼ਿਆਦਾ ਲਗਾਉਣੀ ਪਏਗੀ, ਕੈਪੀਟਲ ਜਦੋਂ ਕਿ ਸੇਮ ਹੈ ਤਾਂ ਕੋਸਟ ਆਫ ਪ੍ਰੋਡਿਊਸਿੰਗ ਦਾ ਸ਼ਰਟਸ ਉਹ ਜ਼ਿਆਦਾ ਹੈ। ਇਸ ਕਰਕੇ ਜਰਮਨ ਸ਼ਰਟਸ ਨੂੰ ਪ੍ਰੋਡਿਊਸ ਨਹੀਂ ਕਰੇਗਾ, ਜਰਮਨ ਕਿਸ ਨੂੰ ਪ੍ਰੋਡਿਊਸ ਕਰੇਗਾ, ਵਾਚਿਸ ਨੂੰ। ਹੁਣ ਅਸੀਂ ਇਸ ਨੂੰ ਇੰਡੀਆ ਦੇ ਵਿੱਚ ਜਿਹੜੀਆਂ ਸ਼ਰਟਸ ਦੀ ਪ੍ਰੋਡਕਸ਼ਨ ਹੁੰਦੀ ਹੈ ਉਸ ਨਾਲ ਕੰਪੇਅਰ ਕਰਦੇ ਹਾਂ। ਜਿਹੜੀ WW ਕਰਵ ਹੈ ਉਹ P1 Q1 ਨੂੰ R ਬਿੰਦੂ ਤੇ ਕੱਟ ਰਹੀ ਹੈ, R ਬਿੰਦੂ ਤੇ ਕੱਟ ਰਹੀ ਹੈ, ਅਤੇ R ਬਿੰਦੂ ਦਾ ਮਤਲਬ ਹੋਇਆ ਕਿ ਅਸੀਂ 100 ਵਾਚਿਸ ਨੂੰ ਜੇ ਅਸੀਂ ਪ੍ਰੋਡਿਊਸ ਕਰਦੇ ਹਾਂ ਇੰਡੀਆ ਦੇ ਵਿੱਚ ਤਾਂ ਲੇਬਰ ਕਿੰਨੀ ਯੂਜ਼ ਕਰਦੇ ਹਾਂ OG, ਅਤੇ ਕੈਪੀਟਲ ਕਿੰਨੀ ਯੂਜ਼ ਕਰਦੇ ਹਾਂ ON। ਜੇ R ਤੋਂ ਪਰਪੈਂਡੀਕੂਲਰ ਅਸੀਂ ਵਾਈ ਐਕਸਿਸ ਤੇ ਗੇਰਦੇ ਹਾਂ ਤਾਂ ਕੈਪੀਟਲ ਕਿੰਨੀ ਹੋਗੀ ON ਅਤੇ ਲੇਬਰ ਕਿੰਨੀ ਹੋਗੀ OG। ਐਕਸ ਐਕਸਿਸ ਤੇ ਪਰਪੈਂਡੀਕੂਲਰ ਗੇਰਨ ਦੇ ਨਾਲ ਲੇਬਰ ਕਿੰਨੀ ਹੋਗੀ OG। ਲੇਕਿਨ ਦੂਸਰੇ ਪਾਸੇ ਜਿਹੜੀ SS ਕਰਵ ਹੈ ਇਹਦਾ ਮਤਲਬ ਜੇ 100 ਵਾਚਿਸ ਅਸੀਂ ਪ੍ਰੋਡਿਊਸ ਕਰਦੇ ਹਾਂ ਇੰਡੀਆ ਵਿੱਚ, ਕੈਪੀਟਲ ON ਅਤੇ ਲੇਬਰ OG। ਦੂਸਰੇ ਪਾਸੇ SS ਕਰਵ ਜਿਹੜੀ ਹੈ P2 Q2 ਨੂੰ, P2 Q2 ਆਈਸੋ ਕੋਸਟ ਲਾਈਨ ਨੂੰ ਕਿਸ ਬਿੰਦੂ ਤੇ ਟੱਚ ਕਰ ਰਹੀ ਹੈ, E1 ਬਿੰਦੂ ਤੇ। E1 ਬਿੰਦੂ ਤੋਂ ਜੇ ਅਸੀਂ ਵਾਈ ਐਕਸਿਸ ਤੇ ਪਰਪੈਂਡੀਕੂਲਰ ਡਰਾ ਕਰਦੇ ਹਾਂ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਜੇ 100 ਸ਼ਰਟਸ ਇੰਡੀਆ ਵਿੱਚ ਪ੍ਰੋਡਿਊਸ ਕੀਤੀ ਜਾਂਦੀਆਂ ਨੇ ਤਾਂ ਲੇਬਰ ਜਿਹੜੀ ਹੈ ਉਹ ਸੇਮ ਹੁੰਦੀ ਹੈ OG, ਅਤੇ ਕੈਪੀਟਲ ਜਿਹੜੀ ਹੈ ਸਾਨੂੰ ਪਹਿਲਾਂ ਨਾਲੋਂ ਘੱਟ OT ਲਗਾਉਣੀ ਪੈਂਦੀ। ਜਦੋਂ ਕਿ ਵਾਚਿਸ ਪ੍ਰੋਡਿਊਸ ਕਰਨ ਦੇ ਲਈ ਕੈਪੀਟਲ ਜ਼ਿਆਦਾ ON ਅਤੇ ਸ਼ਰਟਸ ਪ੍ਰੋਡਿਊਸ ਕਰਨ ਦੇ ਲਈ ਕੈਪੀਟਲ ਜਿਹੜੀ ਹੈ OT ਲਗਾਉਣੀ ਪੈਂਦੀ। ਤਾਂ ਵਾਚਿਸ ਪ੍ਰੋਡਿਊਸ ਕਰਨ ਦੇ ਲਈ ਕੈਪੀਟਲ ਕਿੰਨੀ ਜ਼ਿਆਦਾ ਯੂਜ਼ ਕਰਨੀ ਪਏਗੀ, ON ਮਾਈਨਸ OT, ਦੈਟ ਇਜ਼ NT। NT ਮਾਤਰਾ ਦੇ ਵਿੱਚ ਸਾਨੂੰ ਸ਼ਰਟਸ ਪ੍ਰੋਡਿਊਸ, ਵਾਚਿਸ ਪ੍ਰੋਡਿਊਸ ਕਰਨ ਦੇ ਲਈ ਕੈਪੀਟਲ ਜਿਹੜੀ ਹੈ ਜ਼ਿਆਦਾ ਲਗਾਉਣੀ ਪਏਗੀ ਇੰਡੀਆ ਵਿੱਚ, ਜਦੋਂ ਕਿ ਲੇਬਰ ਦੀ ਮਾਤਰਾ ਕੀ ਹੈ ਸੇਮ। ਕਿਉਂਕਿ ਇੰਡੀਆ ਦੇ ਵਿੱਚ ਸ਼ਰਟਸ ਦੀ ਪ੍ਰੋਡਕਸ਼ਨ ਜਿਹੜੀ ਹੈ ਕੰਪੈਰੀਟਿਵਲੀ ਚੀਪ ਹੈ। ਕਿਉਂ? ਕਿਉਂਕਿ ਇੰਡੀਆ ਵਿੱਚ ਲੇਬਰ ਸਸਤੇ ਨੇ, ਅਤੇ ਜਦੋਂ ਕਿ ਦੂਸਰੇ ਪਾਸੇ ਜਰਮਨ ਦੇ ਵਿੱਚ ਵਾਚਿਸ ਦੀ ਪ੍ਰੋਡਕਸ਼ਨ ਜਿਹੜੀ ਹੈ ਸਸਤੀ ਹੈ। ਕਿਉਂ? ਕਿਉਂਕਿ ਵਾਚਿਸ ਦੀ ਪ੍ਰੋਡਕਸ਼ਨ ਕੈਪੀਟਲ ਨੂੰ ਜ਼ਿਆਦਾ ਯੂਜ਼ ਕਰਕੇ ਬਣਾਈ ਜਾਂਦੀ ਹੈ, ਅਤੇ ਕਿਉਂਕਿ ਕੈਪੀਟਲ ਜਰਮਨ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ, ਇਸ ਕਰਕੇ ਜ਼ਿਆਦਾ ਕੈਪੀਟਲ ਪਾਈ ਜਾਣ ਦੇ ਕਾਰਨ ਕੈਪੀਟਲ ਤੋਂ ਬਣੀ ਹੋਈਆਂ ਵਸਤੂਆਂ ਜਿਹੜੀਆਂ ਨੇ ਉਹ ਸਸਤੀਆਂ ਪੈਂਦੀਆਂ ਨੇ।
ਇਸ ਕਰਕੇ ਜਰਮਨ ਨੂੰ ਵਾਚਿਸ ਪ੍ਰੋਡਿਊਸ ਕਰਨੀ ਚਾਹੀਦੀ ਹੈ, ਵਾਚਿਸ ਦੀ ਐਕਸਪੋਰਟ ਕਰਨੀ ਚਾਹੀਦੀ ਹੈ ਇੰਡੀਆ ਨੂੰ। ਅਤੇ ਇੰਡੀਆ ਵਿੱਚ ਕਿਉਂਕਿ ਸ਼ਰਟਸ ਦੀ ਪ੍ਰੋਡਕਸ਼ਨ ਜਿਹੜੀ ਹੈ ਸਸਤੀ ਹੈ, ਤੇ ਇਸ ਲਈ ਇੰਡੀਆ ਦੇ ਵਿੱਚ ਸ਼ਰਟਸ ਦਾ ਪ੍ਰੋਡਕਸ਼ਨ ਕਰਕੇ ਜਰਮਨ ਨੂੰ ਸ਼ਰਟਸ ਨੂੰ ਐਕਸਪੋਰਟ ਕਰਨਾ ਚਾਹੀਦਾ। ਇਹ ਕੋਸਟ ਦੇ ਵਿੱਚ ਅੰਤਰ, ਵਾਚਿਸ ਅਤੇ ਸ਼ਰਟਸ ਦੀ ਕੋਸਟ ਦੇ ਵਿੱਚ ਅੰਤਰ ਕਿਉਂ ਪਾਇਆ ਜਾਂਦਾ ਹੈ? ਕਿਉਂਕਿ ਦੋਨੋਂ ਸਾਧਨਾਂ ਦੀ ਕੀਮਤ ਦੇ ਵਿੱਚ ਅੰਤਰ ਹੈ। ਜਰਮਨ ਦੇ ਵਿੱਚ ਕੈਪੀਟਲ ਸਸਤੀ ਹੈ ਅਤੇ ਇੰਡੀਆ ਵਿੱਚ ਲੇਬਰ ਸਸਤੀ ਹੈ। ਜਰਮਨ 'ਚ ਕੈਪੀਟਲ ਕਿਉਂ ਸਸਤੀ ਹੈ? ਕਿਉਂਕਿ ਜਰਮਨ ਦੇ ਵਿੱਚ ਕੈਪੀਟਲ ਜ਼ਿਆਦਾ ਪਾਈ ਜਾਂਦੀ ਹੈ ਲੇਬਰ ਨਾਲੋਂ। ਇੰਡੀਆ ਵਿੱਚ ਲੇਬਰ ਕਿਉਂ ਸਸਤੀ ਹੈ? ਕਿਉਂਕਿ ਇੰਡੀਆ ਵਿੱਚ ਕੈਪੀਟਲ ਦੇ ਨਾਲੋਂ ਲੇਬਰ ਕੀ ਹੈ, ਜ਼ਿਆਦਾ ਪਾਈ ਜਾਂਦੀ ਹੈ। ਤਾਂ ਦਿਸ ਇਜ਼ ਦਾ ਐਕਸਪਲੇਨੇਸ਼ਨ। ਠੀਕ ਹੈ ਜੀ, ਆਹ ਅਸੀਂ ਐਕਸਪਲੇਨ ਕਰ ਚੁੱਕੇ ਹਾਂ ਪਹਿਲਾਂ। ਤਾਂ ਹੁਣ ਅਸੀਂ ਇੱਕ ਫਿਜ਼ੀਕਲ ਕ੍ਰਾਈਟੇਰੀਆ ਜਿਹੜਾ ਹੈ ਫੈਕਟਰ ਅਬੰਡੈਂਸ ਦਾ ਜਾਂ ਸਕੇਰਸਿਟੀ ਦਾ, ਉਹ ਅਸੀਂ ਇਸ ਡਾਇਗਰਾਮ ਦੇ ਨਾਲ, ਫਿਗਰ 2 ਦੇ ਨਾਲ ਅਸੀਂ ਡਿਸਕਸ ਕਰਦੇ। ਇਸ ਦੇ ਵਿੱਚ, ਇਸ ਡਾਇਗਰਾਮ ਦੇ ਵਿੱਚ G1 ਇਹ ਜਰਮਨ ਦੀ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਸ਼ੋ ਕਰ ਰਹੀ ਹੈ। ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਕੀ ਹੁੰਦੀ ਹੈ? ਸੰਭਾਵਿਤ ਉਤਪਾਦਨ ਵਕਰ ਕਈ ਵਾਰੀ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਦਿੱਤੇ ਹੋਏ ਸਾਧਨਾਂ ਦੇ ਨਾਲ, ਮਤਲਬ ਫੈਕਟਰਸ ਆਫ ਪ੍ਰੋਡਕਸ਼ਨ ਜਿਹੜੇ ਨੇ ਇਹ ਇਸ 'ਚ ਅਸੀਂ ਗਿਵਨ ਦਿੰਦੇ ਹਾਂ। ਤਾਂ ਇਹਨਾਂ ਸਾਧਨਾਂ ਦੇ ਨਾਲ ਦੋ ਵਸਤੂਆਂ ਦੇ ਵੱਖਰੇ ਵੱਖਰੇ ਜੋੜੇ, ਮਤਲਬ ਕਿਹੜੀ ਕਿਹੜੀ ਵਸਤੂਆਂ ਅਸੀਂ ਉਤਪਾਦਨ ਕਰ ਸਕਦੇ ਹਾਂ। ਜਿਸ ਤਰ੍ਹਾਂ G1 ਦੇ ਉੱਤੇ ਵਾਚਿਸ ਐਂਡ ਸ਼ਰਟਸ ਦੇ ਡਿਫਰੈਂਟ ਕੰਬੀਨੇਸ਼ਨਸ ਹੈ, ਜਿਹੜੇ ਕਿ ਜਦੋਂ ਦਿੱਤੇ ਹੋਏ ਸਾਧਨਾਂ ਨੂੰ ਅਸੀਂ ਪੂਰੀ ਤਰ੍ਹਾਂ ਯੂਜ਼ ਕਰ ਲਈਏ, ਅਸੀਂ ਉਤਪਾਦਨ ਕਰ ਸਕਦੇ ਹਾਂ ਵਾਚਿਸ, ਮਤਲਬ ਮੈਕਸਿਮਮ ਵਾਚਿਸ ਅਸੀਂ OG ਪ੍ਰੋਡਿਊਸ ਕਰ ਸਕਦੇ ਹਾਂ, ਮੈਕਸਿਮਮ ਸ਼ਰਟਸ ਅਸੀਂ OG1 ਪ੍ਰੋਡਿਊਸ ਕਰ ਸਕਦੇ ਹਾਂ। G ਅਤੇ G1 ਕਰਵ ਦੇ ਉੱਤੇ ਕੋਈ ਵੀ ਕੰਬੀਨੇਸ਼ਨ ਵਾਚਿਸ ਅਤੇ ਸ਼ਰਟਸ ਦੇ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ। ਜੇ G ਵੱਲ ਜਾਵਾਂਗੇ, ਮਤਲਬ ਵਾਈ ਐਕਸਿਸ ਤੇ ਮੂਵ ਕਰਦੇ ਹਾਂ, ਤਾਂ ਵਾਚਿਸ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਅਤੇ ਜੇ G1 ਵੱਲ ਚੱਲਦੇ ਹਾਂ ਜਾਂ ਐਕਸ ਐਕਸਿਸ ਵੱਲ ਮੂਵ ਕਰਦੇ ਹਾਂ ਤਾਂ ਸ਼ਰਟ ਦੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ। ਇਹ ਇੱਕ ਕੰਟਰੀ ਦੀ ਰਿਕੁਆਇਰਮੈਂਟ ਤੇ ਹੈ ਕਿ ਉਸਨੂੰ ਵਾਚਿਸ ਜ਼ਿਆਦਾ ਚਾਹੀਦੇ ਜਾਂ ਸ਼ਰਟਸ ਜ਼ਿਆਦਾ ਚਾਹੀਦੇ हैं, ਜਾਂ ਕੰਬੀਨੇਸ਼ਨ ਕਿਹੜਾ ਚਾਹੀਦਾ। ਤਾਂ ਦਿਸ ਇਜ਼ ਦਾ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਆਫ ਜਰਮਨ। ਅਤੇ II1 ਇਹ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਸੰਭਾਵਿਤ ਉਤਪਾਦਨ ਵਕਰ ਇੰਡੀਆ ਦੀ। ਠੀਕ ਹੈ ਜੀ। ਅਤੇ ਇਸ ਕਰਵ ਦੇ ਉੱਤੇ ਜਿਹੜੇ ਸਾਡੇ ਕੋਲ P1 ਅਤੇ P2 ਜਿਹੜੀਆਂ ਸਾਡੇ ਕੋਲ ਕਰਵਸ ਨੇ, ਇਹ ਪ੍ਰਾਈਸ ਲਾਈਨ ਜਰਮਨ ਦੀ, P2 ਪ੍ਰਾਈਸ ਲਾਈਨ ਇੰਡੀਆ ਦੀ, ਅਤੇ P1 ਪ੍ਰਾਈਸ ਲਾਈਨ ਜਿਹੜੀ ਹੈ ਉਹ ਜਰਮਨ ਦੀ ਸ਼ੋ ਕਰਦੇ ਨੇ। ਇਹ ਇਸ ਪ੍ਰਾਈਸ ਲਾਈਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ P1 ਜਿਹੜੀ ਹੈ ਜ਼ਿਆਦਾ ਸਟੀਪ ਹੈ, ਮਤਲਬ ਕਿ ਇਹਦੇ ਵਿੱਚ ਜ਼ਿਆਦਾ ਕੈਪੀਟਲ ਦੀ ਯੂਜ਼ ਹੋ ਰਹੀ ਹੈ, ਜਾਂ ਵਾਚਿਸ ਦੀ ਪ੍ਰੋਡਕਸ਼ਨ ਕੀ ਹੈ ਜ਼ਿਆਦਾ ਹੋ ਰਹੀ ਹੈ। ਅਤੇ P2 ਦੀ ਇਹ ਕੰਪੈਰੀਟਿਵਲੀ ਜ਼ਿਆਦਾ ਫਲੈਟ ਹੈ, ਜ਼ਿਆਦਾ ਚਪਟੀ ਹੈ। ਇਹ ਸ਼ੋ ਕਰਦਾ ਹੈ ਸਟੀਪਨੈਸ ਕਿ ਵਾਚਿਸ ਜਿਹੜੀਆਂ ਨੇ ਉਹ ਜਰਮਨ ਦੇ ਵਿੱਚ ਸਸਤੀਆਂ ਨੇ, ਅਤੇ ਸ਼ਰਟਸ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਸਸਤੀਆਂ ਨੇ। ਜਿੰਨੀ ਜ਼ਿਆਦਾ ਮਤਲਬ ਕਿ ਐਵੇਂ ਕਹਿ ਲਈਏ ਮੋਟੇ ਤੌਰ 'ਤੇ, ਜੇ ਅਸੀਂ ਦੇਸੀ ਭਾਸ਼ਾ 'ਚ ਗੱਲ ਕਰੀਏ ਕਿ P1 ਜਿਹੜੀ ਕਰਵ ਹੈ ਉਹ ਵਾਈ ਐਕਸਿਸ ਵੱਲ ਜ਼ਿਆਦਾ ਹੈ, ਅਤੇ P2 ਜਿਹੜੀ ਹੈ ਉਹ ਐਕਸ ਐਕਸਿਸ ਵੱਲ ਜ਼ਿਆਦਾ ਹੈ। ਤਾਂ ਸ਼ਰਟਸ ਦੀ ਪ੍ਰੋਡਕਸ਼ਨ ਜਿਹੜੀ ਹੈ, ਸ਼ਰਟਸ ਦੀ ਜਿਹੜੀ ਪ੍ਰਾਈਸ ਹੈ ਉਹ ਇੰਡੀਆ ਵਿੱਚ ਸਸਤੀ ਹੈ, ਅਤੇ ਵਾਚਿਸ ਦੀ ਜਿਹੜੀ ਪ੍ਰਾਈਸ ਹੈ ਉਹ ਜਰਮਨ ਦੇ ਵਿੱਚ ਸਸਤੀ ਹੈ। ਹੁਣ ਜੇ ਅਸੀਂ ਦੋਨੋਂ ਗੁਡਸ ਦੀ ਪ੍ਰੋਡਕਸ਼ਨ ਸੇਮ ਰੇਸ਼ੋ ਵਿੱਚ ਪ੍ਰੋਡਿਊਸ ਕਰਦੇ ਹਾਂ, ਤਾਂ ਸਾਨੂੰ OR ਲਾਈਨ ਜਿਹੜੀ ਸੈਂਟਰ ਦੇ ਵਿੱਚ 45 ਡਿਗਰੀ ਐਂਗਲ ਤੇ ਕਰਵ ਹੈ, OR ਕਰਵ ਜਿਹੜੀ ਹੈ, ਇੱਥੇ ਸਾਨੂੰ ਉਤਪਾਦਨ ਕਰਨਾ ਪਏਗਾ। ਇਸ ਕਰਵ ਦੇ ਵਿੱਚ
ਜਿਹੜੀ ਪ੍ਰਾਈਸ ਲਾਈਨ P1 ਕਰਵ ਹੈ, ਉਹ G1 ਕਰਵ ਨੂੰ E ਬਿੰਦੂ ਤੇ ਟੱਚ ਕਰ ਰਹੀ ਹੈ, ਅਤੇ P1 ਕਰਵ ਨੂੰ II1 ਇੰਡੀਆ ਦੀ ਜਿਹੜੀ ਕਰਵ ਹੈ ਉਹ F ਬਿੰਦੂ ਤੇ ਕੀ ਕਰ ਰਹੀ ਹੈ, ਟੱਚ ਕਰ ਰਹੀ ਹੈ। ਤਾਂ ਇਹ ਸਾਡੇ ਕੋਲ ਪੁਆਇੰਟ ਆਫ ਇਕੁਇਲੀਬਰੀਅਮ ਨੇ। ਜਰਮਨ ਕਿੰਨੀਆਂ ਵਾਚਿਸ ਦਾ ਐਕਸਪੋਰਟ ਕਰਦੀ ਹੈ ਇੰਡੀਆ ਨੂੰ, ਅਤੇ ਇੰਡੀਆ ਜਰਮਨ ਨੂੰ ਕਿੰਨੀਆਂ ਸ਼ਰਟਸ ਦਾ ਐਕਸਪੋਰਟ ਕਰਦੀ ਹੈ, ਇਹ ਡਿਪੈਂਡ ਕਰਦਾ ਹੈ ਕਿ ਦੋਨਾਂ ਦੇ ਦੇਸ਼ਾਂ ਦੇ ਵਿੱਚ ਡਿਮਾਂਡ ਕਿੰਨੀ ਹੈ। ਜੇ ਇੰਡੀਆ ਵਿੱਚ ਵਾਚਿਸ ਦੀ ਡਿਮਾਂਡ ਜ਼ਿਆਦਾ ਹੈ ਤਾਂ ਨੈਚੁਰਲੀ ਐਕਸਪੋਰਟ ਕੀ ਹੈ, ਜਰਮਨ ਵਾਚਿਸ ਦੀ ਜ਼ਿਆਦਾ ਕਰੇਗਾ। ਇਸੇ ਤਰ੍ਹਾਂ ਜੇ ਸ਼ਰਟਸ ਦੀ ਡਿਮਾਂਡ ਜਰਮਨ ਦੇ ਵਿੱਚ ਜ਼ਿਆਦਾ ਹੈ ਤਾਂ ਇੰਡੀਆ ਸ਼ਰਟਸ ਦੀ ਐਕਸਪੋਰਟ ਕੀ ਹੈ, ਜਰਮਨ ਨੂੰ ਜ਼ਿਆਦਾ ਕਰੇਗਾ। ਠੀਕ ਹੈ, ਤਾਂ ਇਹ ਸੀਗਾ ਇਸ ਡਾਇਗਰਾਮ ਦੀ ਐਕਸਪਲੇਨੇਸ਼ਨ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਜਿਹੜੀ ਆਇਲਿੰਗ ਥਿਊਰੀ ਹੈ, ਅਤੇ ਇੱਕ ਚੀਜ਼ ਹੋਰ ਜਿਹੜੀ ਫੈਕਟਰ ਪ੍ਰਾਈਸ ਇਕੁਐਲਿਟੀ ਹੈ, ਇਸ ਹੈਕਸਚਰ ਆਇਲਿੰਗ ਥਿਊਰੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਦੋਨੋਂ ਦੇਸ਼ ਦੋ ਵਸਤੂਆਂ ਦਾ ਐਕਸਪੋਰਟ ਇੰਪੋਰਟ ਕਰਦੇ ਹੈ, ਜਿਸ ਦੇ ਉਦਾਹਰਨ ਦੇ ਵਿੱਚ ਜਰਮਨ ਵਾਚਿਸ ਨੂੰ ਐਕਸਪੋਰਟ ਕਰਦਾ ਹੈ ਅਤੇ ਇੰਡੀਆ ਜਿਹੜਾ ਹੈ ਉਹ ਸ਼ਰਟਸ ਦਾ ਐਕਸਪੋਰਟ ਕਰਦਾ ਹੈ, ਤਾਂ ਦੂਸਰੇ ਸ਼ਬਦਾਂ ਵਿੱਚ ਅਸੀਂ ਕਹੀਏ ਕਿ ਜਰਮਨ ਦੇ ਵਿੱਚ ਅਸੀਂ ਕੈਪੀਟਲ ਦੀ ਵਰਤੋਂ ਜ਼ਿਆਦਾ ਕਰ ਰਹੇ ਹਾਂ। ਜਦੋਂ ਕੈਪੀਟਲ ਦੀ ਵਰਤੋਂ ਕਰ ਰਹੇ ਹਾਂ ਜ਼ਿਆਦਾ, ਇਹਦਾ ਮਤਲਬ ਕਿ ਕੈਪੀਟਲ ਦੀ ਡਿਮਾਂਡ ਜ਼ਿਆਦਾ ਹੈ। ਤਾਂ ਹੌਲੀ ਹੌਲੀ ਜਦੋਂ ਕੈਪੀਟਲ ਦੀ ਡਿਮਾਂਡ ਅਸੀਂ ਜ਼ਿਆਦਾ ਕਰਾਂਗੇ ਤਾਂ ਕੈਪੀਟਲ ਦੀ ਪ੍ਰਾਈਸ ਵੀ ਕੀ ਹੈ, ਵਧਣੀ ਸ਼ੁਰੂ ਹੋ ਜਾਏਗੀ, ਅਤੇ ਅਲਟੀਮੇਟਲੀ ਇਟ ਵਿਲ ਬੀ ਇਕੁਅਲ ਟੂ ਦ ਪ੍ਰਾਈਸ ਆਫ ਕੈਪੀਟਲ ਇਨ ਇੰਡੀਆ। ਜੋ ਪੂੰਜੀ ਦੀ ਕੀਮਤ ਜਿਹੜੀ ਹੈ ਉਹ ਇੰਡੀਆ ਵਿੱਚ ਹੈ, ਉਸ ਦੇ ਬਰਾਬਰ ਹੈ। ਇਸੇ ਤਰ੍ਹਾਂ ਜਦੋਂ ਇੰਡੀਆ ਲੇਬਰ ਤੋਂ ਬਣੀ ਹੋਈ ਵਸਤੂ ਜਿਸ ਤਰ੍ਹਾਂ ਸ਼ਰਟ ਦੀ ਐਕਸਪੋਰਟ ਜ਼ਿਆਦਾ ਕਰੇਗਾ, ਤਾਂ ਹੌਲੀ ਹੌਲੀ ਜੇ ਜਰਮਨ ਦੇ ਵਿੱਚ ਇਸ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤਾਂ ਇੰਡੀਆ ਸ਼ਰਟ ਦੀ ਪ੍ਰੋਡਕਸ਼ਨ ਜ਼ਿਆਦਾ ਕਰੇਗਾ। ਸ਼ਰਟ ਦੀ ਪ੍ਰੋਡਕਸ਼ਨ ਜ਼ਿਆਦਾ ਕਰਨ ਦਾ ਮਤਲਬ ਲੇਬਰ ਦੀ ਡਿਮਾਂਡ ਜ਼ਿਆਦਾ ਹੋ ਰਹੀ ਹੈ, ਲੇਬਰ ਦੇ ਵੇਜਿਸ ਜ਼ਿਆਦਾ ਹੋ ਜਾਣਗੇ। ਵੇਜਿਸ ਇਸ ਹੱਦ ਤੱਕ ਜੋ ਜ਼ਿਆਦਾ ਹੋ ਜਾਣਗੇ ਕਿ ਇੱਕ ਲੈਵਲ ਤੇ ਜਰਮਨ 'ਚ ਜੋ ਲੇਬਰ ਦੇ ਵੇਜਿਸ ਹੈ ਉਹੀ ਇੰਡੀਆ ਦੇ ਵਿੱਚ ਲੇਬਰ ਦੇ ਵੇਜਿਸ ਹੋ ਜਾਣਗੇ, ਅਤੇ ਦੋਨਾਂ ਦੇਸ਼ਾਂ ਦੇ ਵਿੱਚ ਲੇਬਰ ਅਤੇ ਕੈਪੀਟਲ ਦੀ ਪ੍ਰਾਈਸ ਜਿਹੜੀ ਹੈ ਇੱਕ ਦੂਜੇ ਦੇ ਬਰਾਬਰ। ਤਾਂ ਇਹ ਆਇਲਿੰਗ ਥਿਊਰੀ ਜਿਹੜੀ ਹੈ, ਐਚਓ ਥਿਊਰੀ ਜਿਹੜੀ ਹੈ, ਉਹ ਕਲਾਸੀਕਲ ਥਿਊਰੀ ਦੇ ਨਾਲੋਂ ਕਿਵੇਂ ਵਧੀਆ ਹੈ, ਇਸ ਦੇ ਕੁਝ ਪੁਆਇੰਟਸ ਨੇ ਜਿਹਨੂੰ ਅਸੀਂ ਇਹਨੂੰ ਕੰਪੈਰੀਜ਼ਨ ਕਹਿ ਸਕਦੇ ਹਾਂ, ਇਹਦੀ ਤੁਲਨਾ ਕਹਿ ਸਕਦੇ ਹਾਂ, ਜਾਂ ਇਸ ਨੂੰ ਅਸੀਂ ਐਕਸਪਲੇਨ ਕਰ ਸਕਦੇ ਹਾਂ। ਕਲਾਸੀਕਲ ਥਿਊਰੀ ਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਦੋਨੋਂ ਦੇਸ਼ਾਂ ਦੇ ਵਿੱਚ ਤੁਲਨਾਤਮਕ ਲਾਗਤ ਦੇ ਵਿੱਚ ਅੰਤਰ ਹੁੰਦਾ ਹੈ। ਇਸ ਕਲਾਸੀਕਲ ਥਿਊਰੀ ਦਾ ਜਿਹੜਾ ਆਧਾਰ ਹੈ ਉਹ ਤੁਲਨਾਤਮਕ ਲਾਗਤ ਦੇ ਵਿੱਚ ਅੰਤਰ ਦਾ ਆਧਾਰ ਹੈ, ਜਦੋਂ ਕਿ ਇਸ ਐਚਓ ਥਿਊਰੀ ਦੇ ਵਿੱਚ ਜਾਂ ਮਾਡਰਨ ਥਿਊਰੀ ਸਾਨੂੰ ਇਹ ਦੱਸਦਾ ਹੈ ਕਿ ਤੁਲਨਾਤਮਕ ਲਾਗਤ ਦੇ ਵਿੱਚ ਅੰਤਰ ਕਿਉਂ ਹੈ, ਕਾਜ਼ਿਸ ਆਫ ਕੰਪੈਰੀਟਿਵ ਕਾਸਟ, ਇਹ ਸਾਨੂੰ ਦੱਸਦਾ ਹੈ। ਉਸ ਐਂਗਲ ਤੋਂ ਇਹ ਥਿਊਰੀ ਵਧੀਆ। ਕਲਾਸੀਕਲ ਥਿਊਰੀ ਦੇ ਵਿੱਚ ਅਸੀਂ ਸਿਰਫ ਲੇਬਰ ਥਿਊਰੀ ਆਫ ਵੈਲਿਊ ਨੂੰ ਲਿਆ, ਮਤਲਬ ਕਿ ਅਸੀਂ ਸਿਰਫ ਇੱਕ ਫੈਕਟਰ ਨੂੰ ਲੈਂਦੇ ਹਾਂ, ਸਿਰਫ ਲੇਬਰ ਨੂੰ, ਜਦੋਂ ਕਿ ਆਇਲਿੰਗ ਥਿਊਰੀ ਜਿਹੜਾ ਹੈ ਉਹ ਮਨੀ ਕੋਸਟ ਜਿਹੜੀ ਕਿ ਜ਼ਿਆਦਾ ਰੀਅਲਿਸਟਿਕ ਹੈ ਉਸ ਨੂੰ ਅਸੀਂ ਲੈਂਦੇ ਹਾਂ। ਕਲਾਸੀਕਲ ਥਿਊਰੀ ਦੇ ਵਿੱਚ ਕਿਉਂਕਿ ਸਿਰਫ ਇੱਕ ਫੈਕਟਰ ਲਿਆ ਜਾਂਦਾ ਲੇਬਰ, ਅਤੇ ਲੇਬਰ ਦੇ ਆਧਾਰ ਤੇ ਹੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਨੂੰ ਅਸੀਂ ਮੇਜਰ ਕਰਦੇ ਹਾਂ, ਜਿਹੜੀ ਕਿ ਜ਼ਿਆਦਾ ਵਾਸਤਵਿਕ ਨਹੀਂ। ਕਲਾਸੀਕਲ ਥਿਊਰੀ ਦੇ ਵਿੱਚ ਲੇਬਰ ਇਜ਼ ਦਾ ਓਨਲੀ ਫੈਕਟਰ ਆਫ ਪ੍ਰੋਡਕਸ਼ਨ, ਮਜ਼ਦੂਰ ਨੂੰ ਸਿਰਫ ਇੱਕ ਫੈਕਟਰ ਨੂੰ ਅਸੀਂ ਉਤਪਾਦ ਦਾ ਸਾਧਨ ਮੰਨ ਕੇ ਚੱਲਦੇ ਹਾਂ, ਜਦੋਂ ਕਿ ਆਇਲਿੰਗ ਥਿਊਰੀ ਦੇ ਵਿੱਚ ਉਤਪਾਦਨ ਦੇ ਦੋ ਸਾਧਨ ਅਸੀਂ ਮੰਨ ਕੇ ਚੱਲਦੇ ਹਾਂ, ਲੇਬਰ ਅਤੇ ਕੈਪੀਟਲ। ਫਿਰ ਕਲਾਸੀਕਲ ਥਿਊਰੀ ਦੇ ਵਿੱਚ ਅਸੀਂ ਅੰਸ਼ਿਕ ਸੰਤੁਲਨ ਦੀ ਗੱਲ ਕਰਦੇ ਹਾਂ, ਕਿਉਂਕਿ ਇਸ ਦੇ ਵਿੱਚ ਸਿਰਫ ਲੇਬਰ ਥਿਊਰੀ ਆਫ ਵੈਲਿਊ, ਮਜ਼ਦੂਰਾਂ ਦੇ ਸਿਧਾਂਤ ਨੂੰ ਹੀ ਸਿਰਫ ਡਿਸਕਸ ਕੀਤਾ ਜਾਂਦਾ ਹੈ। ਆਇਲਿੰਗ ਥਿਊਰੀ ਜਿਹੜੀ ਹੈ ਉਹ ਸਾਮਾन्य ਸੰਤੁਲਨ, ਮੁੱਲ ਦੇ ਸਾਮਾन्य ਸੰਤੁਲਨ ਦੇ ਆਧਾਰਿਤ। ਕਲਾਸੀਕਲ ਥਿਊਰੀ ਜਿਹੜੀ ਹੈ ਉਹ ਦੇ ਵਿੱਚ ਅਸੀਂ ਇੰਟਰਨੈਸ਼ਨਲ ਟ੍ਰੇਡ ਨੂੰ ਡੋਮੈਸਟਿਕ ਟ੍ਰੇਡ ਦੇ ਨਾਲੋਂ ਅਲੱਗ ਮੰਨਦੇ ਹਾਂ, ਘਰੇਲੂ ਵਪਾਰ ਦੇ ਨਾਲੋਂ ਅੰਤਰਰਾਸ਼ਟਰੀ ਵਪਾਰ ਨਾਲੋਂ ਬਿਲਕੁਲ ਅਲੱਗ ਮੰਨਦੇ ਹਾਂ।
ਜਦੋਂ ਕਿ ਐਚਓ ਥਿਊਰੀ ਦੇ ਵਿੱਚ ਅਸੀਂ ਇੰਟਰਨੈਸ਼ਨਲ ਟ੍ਰੇਡ ਨੂੰ ਡੋਮੈਸਟਿਕ ਟ੍ਰੇਡ ਦਾ ਜਾਂ ਜਿਹੜਾ ਇੰਟਰ ਰੀਜਨਲ ਟ੍ਰੇਡ ਦਾ ਇੱਕ ਸਪੈਸ਼ਲ ਪਾਰਟ ਮੰਨਦੇ ਨੇ ਵੀ ਇੱਕ ਵਿਸ਼ੇਸ਼ ਰੂਪ ਹੈ ਇੰਟਰਨੈਸ਼ਨਲ ਟ੍ਰੇਡ, ਇਹ ਇੱਕ ਅਲੱਗ ਸਿਧਾਂਤ ਨਹੀਂ। ਓਇਲਿੰਗ ਥਿਊਰੀ ਇਸ ਕਰਕੇ ਵੀ ਕਲਾਸੀਕਲ ਥਿਊਰੀ ਨਾਲੋਂ ਵਧੀਆ ਹੈ ਕਿਉਂਕਿ ਓਇਲਿੰਗ ਥਿਊਰੀ ਜਿਹੜੀ ਹੈ ਮਾਡਰਨ ਥਿਊਰੀ ਜਿਹੜੀ ਹੈ ਉਸ ਦੇ ਵਿੱਚ ਵਪਾਰ ਦਾ ਕਾਰਨ ਜਿਹੜਾ ਹੈ ਉਹ ਸਾਧਨਾਂ ਦੇ ਵਿੱਚ ਸਾਧਨਾਂ ਦੀ ਉਪਲਬਧਤਾ ਦੇ ਵਿੱਚ ਅੰਤਰ ਦਾ ਹੈ, ਅੰਤਰ ਦੇ ਕਾਰਨ ਹੈ। ਸਾਧਨਾਂ ਦੀ ਜਿਹੜੀ ਸਪਲਾਈ ਹੈ ਉਹ ਡਿਫਰੈਂਟ ਹੈ ਡਿਫਰੈਂਟ ਕੰਟਰੀ ਦੇ ਵਿੱਚ, ਜਿਹੜਾ ਕਿ ਸਾਨੂੰ ਰੀਅਲਿਸਟਿਕ ਵਰਲਡ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਇੰਡੀਆ ਦੀ ਅਸੀਂ ਗੱਲ ਕਰੀਏ, ਇੰਡੀਆ ਵਿੱਚ ਲੇਬਰ ਸਪਲਾਈ ਜ਼ਿਆਦਾ ਹੈ ਅਤੇ ਜਿਹੜੇ ਡਿਵੈਲਪ ਕੰਟਰੀਜ਼ ਨੇ ਜਿਸ ਤਰ੍ਹਾਂ ਅਸੀਂ ਅਮਰੀਕਾ ਦੀ ਗੱਲ ਕਰੀਏ, USA ਦੀ ਗੱਲ ਕਰੀਏ, ਤਾਂ ਉਸ ਦੇਸ਼ ਦੇ ਵਿੱਚ ਕੈਪੀਟਲ ਜਿਹੜੀ ਹੈ ਕੰਪੈਰੇਟਿਵਲੀ ਲੇਬਰ ਨਾਲੋਂ ਜ਼ਿਆਦਾ ਹੈ। ਜਾਂ ਹੋਰ ਜਿਹੜੇ ਡਿਵੈਲਪ ਕੰਟਰੀਜ਼ ਨੇ UK ਦੀ ਗੱਲ ਕਰੀਏ, ਉਹਨਾਂ ਦੇਸ਼ਾਂ ਵਿੱਚ ਕੈਪੀਟਲ ਜਿਹੜੀ ਹੈ ਉਹ ਕੰਪੈਰੇਟਿਵਲੀ ਜ਼ਿਆਦਾ, ਉਸ 'ਚ ਕੈਪੀਟਲ ਤੋਂ ਬਣੀਆਂ ਵਸਤੂਆਂ ਸਸਤੀਆਂ ਨੇ, ਸਾਡੇ ਦੇਸ਼ 'ਚ ਲੇਬਰ ਤੋਂ ਬਣੀਆਂ ਵਸਤੂਆਂ ਕੀ ਨੇ, ਸਸਤੀਆਂ। ਫਿਰ ਕਲਾਸੀਕਲ ਥਿਊਰੀ ਜਿਹੜੀ ਹੈ ਉਹ ਸਿਰਫ ਵਸਤੂਆਂ ਦੀ ਕੰਪੈਰੇਟਿਵ ਕੋਸਟ ਦੇ ਨਾਲ ਸੰਬੰਧਿਤ ਹੈ, ਜਦੋਂ ਕਿ ਓਇਲਿੰਗ ਥਿਊਰੀ ਦੇ ਵਿੱਚ ਅਸੀਂ ਸਾਧਨਾਂ ਦੀ ਜਿਹੜੀ ਤੁਲਨਾਤਮਕ ਕੀਮਤ ਹੈ ਉਹਦੇ ਨਾਲ ਵੀ ਸੰਬੰਧਿਤ ਹੈ। ਸਾਧਨਾਂ ਦੇ ਵਿੱਚ ਤੁਲਨਾਤਮਕ ਕੀਮਤ ਦੇ ਵਿੱਚ ਅੰਤਰ ਹੋਣ ਦੇ ਕਾਰਨ ਵਸਤੂ ਦੀ ਕੀਮਤਾਂ ਦੇ ਵਿੱਚ ਵੀ ਤੁਲਨਾਤਮਕ ਅੰਤਰ, ਮਤਲਬ ਕਾਜ਼, ਵਸਤੂ ਦੀ ਕੀਮਤਾਂ ਦੇ ਵਿੱਚ ਅੰਤਰ ਕਿਉਂ ਹੈ ਜਾਂ ਵਸਤੂ ਦੀ ਜਿਹੜੀ ਲਾਗਤ ਦੇ ਵਿੱਚ ਅੰਤਰ ਕਿਉਂ ਹੈ, ਉਸ ਨੂੰ ਅਸੀਂ ਬੈਟਰ ਤਰੀਕੇ ਦੇ ਨਾਲ ਮਾਡਰਨ ਥਿਊਰੀ ਦੇ ਵਿੱਚ ਐਕਸਪਲੇਨ ਕਰਦੇ ਹਾਂ। ਕਲਾਸੀਕਲ ਥਿਊਰੀ ਸਾਨੂੰ ਦੋ ਦੇਸ਼ਾਂ ਦੇ ਵਿਚਕਾਰ ਜਦੋਂ ਅੰਤਰਰਾਸ਼ਟਰੀ ਵਪਾਰ ਉਹਨਾਂ ਦੇ ਲਾਭ ਦੇ ਬਾਰੇ ਦੱਸਦਾ ਹੈ। ਇਨਫੈਕਟ ਇਹ ਇੱਕ ਵੈਲਫੇਅਰ ਥਿਊਰੀ ਹੈ, ਇੱਕ ਕਲਿਆਣ ਸੰਬੰਧੀ ਸਿਧਾਂਤ। ਜਦੋਂ ਕਿ ਮਾਡਰਨ ਥਿਊਰੀ ਦਾ ਜਿਹੜਾ ਆਧਾਰ ਹੈ ਉਹ ਕੰਪੈਰੇਟਿਵਲੀ ਜ਼ਿਆਦਾ ਰੀਅਲਿਸਟਿਕ ਹੈ। ਕਿਸ ਦੇਸ਼ ਨੂੰ ਫਾਇਦਾ ਹੋਏਗਾ, ਕਿਸ ਦੇਸ਼ ਨੂੰ ਨੁਕਸਾਨ ਹੋਏਗਾ, ਇਸ ਦੀ ਗੱਲ ਨਹੀਂ ਕਰਦਾ ਹੈ। ਇਹ ਇੱਕ ਰੀਅਲਿਸਟਿਕ ਹੈ ਕਿ ਜਿਹੜੇ ਦੇਸ਼ ਦੇ ਵਿੱਚ ਕਿਸੇ ਵਸਤੂ ਦਾ ਉਤਪਾਦਨ ਕਰਨ 'ਤੇ ਲਾਗਤ ਘੱਟ ਆਉਂਦੀ ਹੈ ਉਸ ਦੇਸ਼ ਨੂੰ ਉਹ ਵਸਤੂ ਦਾ ਉਤਪਾਦਨ ਕਰਨਾ ਚਾਹੀਦਾ ਹੈ ਅਤੇ ਨਾਲ ਉਸਦੇ ਕਾਰਨ ਦੀ ਵੀ ਗੱਲ ਕਰਨਾ। ਤਾਂ ਇਹ ਇਹਨਾਂ ਦੋਨੋਂ ਥਿਊਰੀ ਦੇ ਵਿੱਚ ਅੰਤਰ ਵੀ ਹੈ ਅਤੇ ਅਸੀਂ ਕਹਿ ਸਕਦੇ ਹਾਂ ਕਿ ਓਇਲਿੰਗ ਦੀ ਥਿਊਰੀ ਹੈਕਸਰ ਓਇਲਿੰਗ ਦੀ ਥਿਊਰੀ ਜਾਂ ਮਾਡਰਨ ਥਿਊਰੀ ਜਿਹੜੀ ਹੈ ਉਹ ਕਲਾਸੀਕਲ ਥਿਊਰੀ ਦੇ ਨਾਲੋਂ ਕਿਵੇਂ ਵਧੀਆ। ਹੁਣ ਜੇ ਅਸੀਂ ਇਸ ਸਿਧਾਂਤ ਦੀ ਆਲੋਚਨਾ ਕਰੀਏ, ਕ੍ਰਿਟਿਸਿਜ਼ਮ ਕਰੀਏ, ਤਾਂ ਪਹਿਲਾਂ ਤਾਂ ਇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਇਸ ਸਿਧਾਂਤ ਦੇ ਵਿੱਚ ਅਵਾਸਤਵਿਕ ਮਾਨਤਾ ਤੇ ਆਧਾਰਿਤ ਹੈ ਸਿਧਾਂਤ। ਇਹਦੇ ਵਿੱਚ 2x2x2 ਮਾਡਲ ਲਿਆ ਗਿਆ, ਦੋ ਦੇਸ਼, ਦੋ ਵਸਤੂਆਂ, ਦੋ ਸਾਧਨ। ਜਦੋਂ ਕਿ ਵਪਾਰ ਜਿਹੜਾ ਹੈ ਦੋ ਦੇਸ਼ਾਂ ਦੇ ਵਿਚਕਾਰ ਨਹੀਂ ਹੁੰਦਾ, ਦੋ ਤੋਂ ਜ਼ਿਆਦਾ ਦੇਸ਼ਾਂ ਵਿੱਚ ਹੁੰਦਾ ਹੈ। ਵਪਾਰ ਸਿਰਫ ਦੋ ਵਸਤੂਆਂ ਦੇ ਵਿਚਕਾਰ ਨਹੀਂ ਹੁੰਦਾ, ਦੋ ਵਸਤੂਆਂ ਦਾ ਵੀ ਹੁੰਦਾ, ਦੋ ਵਸਤੂਆਂ ਤੋਂ ਜ਼ਿਆਦਾ ਵੀ ਹੁੰਦਾ ਹੈ ਅਤੇ ਸੇਵਾਵਾਂ ਦਾ ਵੀ ਹੁੰਦਾ। ਅਤੇ ਉਤਪਾਦਨ ਦੇ ਸਾਧਨ ਸਿਰਫ ਦੋ ਨਹੀਂ ਹੁੰਦੇ, ਦੋ ਤੋਂ ਜ਼ਿਆਦਾ ਵੀ ਹੁੰਦੇ। ਲੈਂਡ ਦੀ ਵੀ ਯੂਟੀਲਾਈਜੇਸ਼ਨ ਹੁੰਦੀ ਹੈ। ਫਿਰ ਮੋਰ ਐਂਟਰਪ੍ਰੇਨਿਓਰ ਵੀ ਹੁੰਦੇ ਆ ਜਿਹੜੇ ਇਹਨਾਂ ਨੂੰ ਪ੍ਰੋਡਿਊਸ ਕਰਦੇ ਨੇ। ਤਾਂ ਇਸ ਤਰ੍ਹਾਂ ਇਹ ਸਿਧਾਂਤ ਜਿਹੜਾ ਹੈ ਜ਼ਿਆਦਾ ਸਿੰਪਲੀਫਾਈਡ, ਜ਼ਿਆਦਾ ਸਰਲ ਮਾਨਤਾਵਾਂ ਤੇ ਆਧਾਰਿਤ ਅਤੇ ਇਸ 'ਚ ਮੰਨਿਆ ਗਿਆ ਕਿ ਪੂਰਨ ਪ੍ਰਤੀਯੋਗਿਤਾ ਪਾਈ ਜਾਂਦੀ ਹੈ ਸਾਧਨ ਬਾਜ਼ਾਰ 'ਚ ਵੀ, ਵਸਤੂ ਬਾਜ਼ਾਰ 'ਚ ਵੀ। ਇਹ ਵੀ ਮੰਨਿਆ ਕਿ ਪੂਰਨ ਰੁਜ਼ਗਾਰ ਪਾਇਆ ਜਾਂਦਾ ਜਿਨ੍ਹਾਂ ਦੇਸ਼ਾਂ ਵਿੱਚ ਇਹ ਸਿਧਾਂਤ ਲਾਗੂ ਹੁੰਦਾ। ਇਹ ਦੋਨੋਂ ਮਾਨਤਾਂ ਹੀ ਅਵਾਸਤਵਿਕ ਨੇ, ਅਨਰੀਅਲਿਸਟਿਕ ਨੇ। ਨਾ ਤਾਂ ਵਿਵਹਾਰਿਕ ਤੌਰ ਤੇ ਪੂਰਨ ਪ੍ਰਤੀਯੋਗਿਤਾ ਕਿਸੇ ਦੇਸ਼ 'ਚ ਪਾਇਆ ਜਾਂਦਾ ਹੈ, ਨਾ ਹੀ ਚਾਹੇ ਡਿਵੈਲਪ ਕੰਟਰੀ ਕਿਉਂ ਨਾ ਹੋਵੇ ਪੂਰਨ ਰੁਜ਼ਗਾਰ ਦੀ ਸਥਿਤੀ ਹੁੰਦੀ। ਦੂਸਰਾ ਜਿਹੜੀ ਆਲੋਚਨਾ ਹੈ ਲਿਓਨਟਿਵ ਪੈਰਾਡੌਕਸ, ਲਿਓਨਟਿਵ ਵਿਰੋਧਾਭਾਸ। ਲਿਓਨਟਿਵ ਇੱਕ ਅਮਰੀਕਾ ਦੇ ਮਸ਼ਹੂਰ ਅਰਥਸ਼ਾਸਤਰੀ ਸੀ, ਨੋਬਲ ਪ੍ਰਾਈਜ਼ ਵਿਨਰ ਸੀਗੇ ਲਿਓਨਟਿਵ।
ਉਹਨਾਂ ਨੇ ਇੱਕ ਮਾਡਲ ਤਿਆਰ ਕੀਤਾ, ਇੱਕ ਗ੍ਰਾਫ ਤਿਆਰ ਕੀਤਾ, ਇਨਪੁਟ ਆਊਟਪੁਟ ਦੇ ਬੇਸ ਤੇ ਇੱਕ ਟੇਬਲ ਤਿਆਰ ਕੀਤਾ। 100 ਸ਼ਡਿਊਲ ਆਫ 192 ਇੰਡਸਟਰੀਜ਼ ਆਫ ਅਮਰੀਕਾ, 192 ਉਦਯੋਗਿਕ ਇਕਾਈਆਂ ਦਾ ਜਿਹੜੀ ਕਿ ਅਮਰੀਕਾ ਵਿੱਚ ਪਾਈ ਜਾਂਦੀਆਂ। ਫਿਰ ਉਸ 'ਚ ਦੇਖਿਆ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਉਸ ਵਸਤੂ ਦਾ ਹੀ ਉਤਪਾਦਨ ਕਰੀਏ, ਅਸੀਂ ਮੀਨਸ ਕੋਈ ਵੀ ਕੰਟਰੀ ਉਸ ਵਸਤੂ ਦਾ ਹੀ ਉਤਪਾਦਨ ਕਰਕੇ ਨਿਰਯਾਤ ਕਰੇ ਜਿਹੜੇ ਜਿਹੜੇ ਸਾਧਨ ਉਸ 'ਚ ਜ਼ਿਆਦਾ ਪਾਏ ਜਾਂਦੇ। ਉਹਨਾਂ ਨੇ ਪਾਇਆ ਵੀ ਕੁਝ ਉਦਯੋਗ ਇਸ ਤਰ੍ਹਾਂ ਵੀ ਸੀਗੇ ਜਿਹੜੇ ਕਿ ਲੇਬਰ ਇੰਟੈਂਸਿਵ ਗੁਡਸ ਨੂੰ, ਮਤਲਬ ਮਜ਼ਦੂਰ ਸੰਘਣੀ ਵਸਤੂਆਂ ਦਾ ਉਤਪਾਦਨ ਕਰਕੇ ਐਕਸਪੋਰਟ ਕਰਦੇ ਸੀ। ਕੈਪੀਟਲ ਇੰਟੈਂਸਿਵ ਗੁਡਸ ਦਾ ਐਕਸਪੋਰਟ ਨਹੀਂ ਕਰਦੇ। ਮਤਲਬ ਪੂੰਜੀ ਜ਼ਿਆਦਾ ਹੋਣ ਦੇ ਬਾਵਜੂਦ ਵੀ ਉਦਯੋਗਿਕ ਇਕਾਈਆਂ ਮਜ਼ਦੂਰ ਸੰਘਣੀ ਵਸਤੂਆਂ ਦਾ ਜ਼ਿਆਦਾ ਇਸਤੇਮਾਲ ਕਰਕੇ ਉਸ ਤੋਂ ਬਣੀ ਹੋਈ ਵਸਤੂਆਂ ਦਾ ਕੀ ਕਰਦੇ ਸੀ, ਐਕਸਪੋਰਟ ਕਰਦੇ। ਫਿਰ ਤੀਸਰੀ ਆਲੋਚਨਾ ਸਟੈਟਿਕ ਥਿਊਰੀ ਹੈ। ਇਸ ਥਿਊਰੀ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਸਾਧਨਾਂ ਦੀ ਪੋਜੀਸ਼ਨ ਬਾਰੇ ਦੱਸਦਾ ਕਿ ਸਾਧਨਾਂ ਦੀ ਸਪਲਾਈ ਕਿੰਨੀ ਹੈ, ਘੱਟ ਹੈ, ਵੱਧ ਹੈ, ਕਿੰਨੀ ਹੈ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਸਾਨੂੰ ਨਹੀਂ ਦੱਸਦਾ, ਇੱਕ ਸਮੇਂ ਤੋਂ ਲੈ ਕੇ ਦੂਜੇ ਸਮੇਂ ਤੱਕ ਨਹੀਂ ਦੱਸਦਾ। ਤਾਂ ਉਸ ਐਂਗਲ ਤੋਂ, ਉਸ ਦ੍ਰਿਸ਼ਟੀਕੋਣ ਤੋਂ ਇਹ ਸਿਧਾਂਤ ਜਿਹੜਾ ਹੈ ਸਥਿਰ ਸਿਧਾਂਤ। ਫਿਰ ਇਸ ਸਿਧਾਂਤ ਦੇ ਵਿੱਚ ਪਾਰਸ਼ਲ ਇਕੁਇਲਿਬਰੀਅਮ ਐਨਾਲਿਸਿਸ ਹੈ, ਆਂਸ਼ਿਕ ਸੰਤੁਲਨ ਦੀ ਵਿਆਖਿਆ ਕੀਤੀ ਹੋਈ ਹੈ। ਇਸ ਦੇ ਵਿੱਚ ਵਿਸਤਾਰ ਪੂਰਵਕ ਕੰਪਰੀਹੈਂਸਿਵ ਜਨਰਲ ਇਕੁਇਲਿਬਰੀਅਮ ਸਿਸਟਮ ਜਿਹੜਾ ਹੈ ਉਹ ਡਿਵੈਲਪ ਨਹੀਂ ਹੋਇਆ। ਨੈਕਸਟ ਅਸੀਂ ਇਹਦੀ ਆਲੋਚਨਾ ਕਰ ਸਕਦੇ ਹਾਂ ਕਿ ਜਿੰਨੇ ਵੀ ਉਤਪਾਦਨ ਸਾਧਨ ਨੇ ਉਹ ਹੋਮੋਜੀਨੀਅਸ ਨਹੀਂ ਹੁੰਦੇ, ਸਮਾਨ ਨਹੀਂ ਹੁੰਦੇ। ਹਰੇਕ ਸਾਧਨ ਦੀ ਉਤਪਾਦਨ ਕੁਸ਼ਲਤਾ ਦੇ ਵਿੱਚ ਅੰਤਰ ਹੁੰਦਾ ਹੈ। ਜਿੰਨੇ ਵੀ ਮਜ਼ਦੂਰ ਨੇ, ਹਰੇਕ ਮਜ਼ਦੂਰ ਦੀ ਉਤਪਾਦਨ ਕੁਸ਼ਲਤਾ ਵਿੱਚ ਅੰਤਰ ਹੁੰਦਾ ਹੈ। ਉਹਦਾ ਇਹ ਮੰਨ ਲੈਣਾ ਕਿ ਸਾਰੇ ਮਜ਼ਦੂਰਾਂ ਦੀ ਉਤਪਾਦਨ ਕੁਸ਼ਲਤਾ ਜਾਂ ਸੀਮਾਂਤ ਉਤਪਾਦਿਕਤਾ ਇੱਕ ਦੂਜੇ ਦੇ ਬਰਾਬਰ ਹੈ, ਇਹ ਕੀ ਹੈ, ਗਲਤ ਹੈ। ਨੈਕਸਟ ਅਸੀਂ ਮੰਨਿਆ ਕਿ ਇਸ ਸਿਧਾਂਤ ਦੇ ਵਿੱਚ ਕਿ ਉਤਪਾਦਨ ਦੀ ਜਿਹੜੀ ਤਕਨੀਕ ਹੈ ਉਹ ਸਮਾਨ ਹੁੰਦੀ ਹੈ। ਦੋਨਾਂ ਦੇਸ਼ਾਂ ਵਿੱਚ ਉਤਪਾਦਨ ਦੀ ਤਕਨੀਕ ਜਾਂ ਉਹਦੇ ਵਿੱਚ ਕੋਈ ਚੇਂਜ ਨਹੀਂ ਹੁੰਦੀ, ਤਾਂ ਇਹ ਵੀ ਗਲਤ ਹੈ। ਤਾਂ ਉਤਪਾਦਨ ਦੀ ਜਿਹੜੀ ਟੈਕਨੋਲੋਜੀ ਹੈ ਉਸ ਦੇ ਵਿੱਚ ਚੇਂਜ ਹੁੰਦੀ ਰਹਿੰਦੀ ਹੈ, ਚੇਂਜਿਸ ਦੇ ਨਾਲ। ਫਿਰ ਅਸੀਂ ਇਹ ਵੀ ਮੰਨਿਆ ਇਸ ਸਿਧਾਂਤ ਦੇ ਵਿੱਚ ਕਿ ਜਿਹੜੀਆਂ ਗੁਡਸ ਦੀਆਂ ਜਿਹੜੀਆਂ ਪ੍ਰਾਈਸ ਨੇ, ਵਸਤੂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਫੈਕਟਰ ਪ੍ਰਾਈਸਿਸ ਦੇ ਨਾਲ ਡਿਟਰਮਿਨ ਹੁੰਦੀਆਂ। ਫੈਕਟਰ ਦੀ ਜੇ ਕੀਮਤ ਜ਼ਿਆਦਾ ਹੋਏਗੀ, ਸਾਧਨ ਦੀ ਕੀਮਤ ਜ਼ਿਆਦਾ ਹੋਏਗੀ, ਵਸਤੂ ਦੀ ਕੀਮਤ ਜ਼ਿਆਦਾ ਹੋਏਗੀ। ਜੇ ਸਾਧਨ ਦੀ ਕੀਮਤ ਜ਼ਿਆਦਾ ਘੱਟ ਹੈ ਤਾਂ ਵਸਤੂ ਦੀ ਕੀਮਤ ਵੀ ਕੀ ਹੋਏਗੀ, ਘੱਟ ਹੋਏਗੀ। ਜਦੋਂ ਕਿ ਜਿਹੜੀਆਂ ਅੰਤਿਮ ਵਸਤੂਆਂ ਨੇ ਉਹ ਸਾਧਨਾਂ ਦੀ ਕੀਮਤ ਦੁਆਰਾ ਨਹੀਂ, ਉਹਨਾਂ ਦੀ ਡਿਮਾਂਡ ਦੁਆਰਾ, ਮਾਰਜਨੈਲਿਟੀ ਦੁਆਰਾ, ਉਹਨਾਂ ਦੀ ਸੀਮਾਂਤ ਜਿਹੜੀ ਤੁਸ਼ਟੀਕੋਣ ਹੈ, ਉਹਨਾਂ ਦੀ ਮੰਗ ਕਿੰਨੀ ਹੈ, ਅਤੇ ਹੋਰ ਕਈ ਜਿਹੜੇ ਤੱਤ ਨੇ, ਕਈ ਜਿਹੜੇ ਫੈਕਟਰਸ ਨੇ ਵਸਤੂ ਦੀ ਕੀਮਤ ਨੂੰ ਨਿਰਧਾਰਨ ਕਰਨ ਦੇ ਵਿੱਚ ਹੈਲਪ ਕਰਦੇ ਹੈ ਜਾਂ ਸ਼ਾਮਿਲ ਹੁੰਦੇ ਹੈ ਜਾਂ ਉਹਨਾਂ ਦਾ ਯੋਗਦਾਨ ਹੁੰਦਾ। ਇਕੱਲੇ ਸਾਧਨਾਂ ਦੀ ਕੀਮਤ ਦੇ ਆਧਾਰ ਤੇ, ਸਾਧਨਾਂ ਦੀ ਲਾਗਤ ਦੇ ਆਧਾਰ ਤੇ ਵਸਤੂ ਦੀ ਕੀਮਤ ਤੈਅ ਕਰ ਦੇਣਾ, ਇਹ ਇੱਕ ਆਲੋਚਨਾ ਦਾ ਵਿਸ਼ਾ ਬਣ ਜਾਂਦਾ ਹੈ। ਫਿਰ ਅਸੀਂ ਇਸ ਸਿਧਾਂਤ ਦੇ ਵਿੱਚ ਮੰਨਿਆ ਕਿ ਦੋਨੋਂ ਦੇਸ਼ਾਂ ਦੇ ਵਿਚਕਾਰ ਜਿੰਨੇ ਵੀ ਕੰਜ਼ਿਊਮਰਸ ਹੁੰਦੇ ਆ, ਜਿੰਨੇ ਵੀ ਉਪਭੋਗੀ ਹੁੰਦੇ ਆ, ਉਹਨਾਂ ਦੇ ਜਿਹੜੇ ਟੇਸਟ ਹੈ, ਉਹਨਾਂ ਦੇ ਜਿਹੜੇ ਸਵਾਦ ਹੈ, ਉਹਨਾਂ ਦੇ ਜਿਹੜੇ ਪ੍ਰੈਫਰੈਂਸ ਹੈ ਉਹ ਸਥਿਰ ਰਹਿੰਦੀ ਹੈ, ਉਹਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ। ਇਹ ਵੀ ਇੱਕ ਅਨਰੀਅਲਿਸਟਿਕ ਅਜੰਪਸ਼ਨ ਹੈ, ਜਦੋਂ ਕਿ ਜਿਹੜੇ ਟੇਸਟ ਹੈ, ਪ੍ਰੈਫਰੈਂਸਿਸ ਹੈ, ਉਹ ਤਬਦੀਲ ਹੁੰਦੇ ਰਹਿੰਦੇ। ਜੇ ਤਬਦੀਲ ਹੁੰਦੇ ਆ, ਟੇਸਟ ਚੇਂਜ ਹੋ ਰਿਹਾ ਹੈ, ਪ੍ਰੈਫਰੈਂਸ ਚੇਂਜ ਹੋ ਰਹੀ ਹੈ, ਤਾਂ ਨੈਚੁਰਲੀ ਉਸ ਦੀ ਜਿਹੜੀ ਡਿਮਾਂਡ ਹੈ ਉਹ ਵੀ ਚੇਂਜ ਹੋਏਗੀ। ਫਿਰ ਇਸ ਦੇ ਵਿੱਚ ਅਸੀਂ ਮੰਨਿਆ ਕਿ ਸਿਰਫ ਫੈਕਟਰ ਦੀ ਪ੍ਰਾਈਸ ਦੇ ਕਾਰਨ, ਫੈਕਟਰ
ਦੀ ਸਪਲਾਈ ਦੇ ਕਾਰਨ ਫੈਕਟਰ ਦੀ ਪ੍ਰਾਈਸ, ਫੈਕਟਰ ਦੀ ਪ੍ਰਾਈਸ ਦੇ ਕਾਰਨ ਵਸਤੂ ਦੀ ਕੀਮਤ ਦੇ ਵਿੱਚ ਚੇਂਜ ਆਉਂਦੀ। ਜਦੋਂ ਕਿ ਫੈਕਟਰਸ ਦੀ ਜਿਹੜੀ ਸਪਲਾਈ ਹੈ ਦੋਨੋਂ ਦੇਸ਼ਾਂ ਵਿੱਚ ਅਲੱਗ ਹੋਣ ਦਾ ਹੀ ਕਾਰਨ ਅੰਤਰਰਾਸ਼ਟਰੀ ਵਪਾਰ ਨਹੀਂ ਹੁੰਦਾ। ਹੋਰ ਵੀ ਬਹੁਤ ਸਾਰੀਆਂ ਫੈਕਟਰਸ ਨੇ, ਜਿਸ ਤਰ੍ਹਾਂ ਕੁਆਲਿਟੀਜ਼ ਆਫ ਫੈਕਟਰਸ ਨੇ, ਜਿਹੜੇ ਸਾਧਨ ਪਾਏ ਜਾਂਦੇ ਨੇ ਉਹਨਾਂ ਦੀ ਕੁਆਲਿਟੀ ਕੀ ਹੈ, ਉਹਨਾਂ ਦੀ ਐਫੀਸ਼ੀਐਂਸੀ ਕੀ ਹੈ, ਉਤਪਾਦਨ ਦੀ ਜਿਹੜੀ ਤਕਨੀਕ ਹੈ ਉਹ ਦੋਨੋਂ ਦੇਸ਼ਾਂ ਵਿੱਚ ਕੀ ਪਾਈ ਜਾਂਦੀ ਹੈ, ਕਿਸ ਦੇਸ਼ ਦੇ ਵਿੱਚ ਵੱਧੇ ਪ੍ਰਤੀਫਲ ਦਾ ਨਿਯਮ ਜਿਹੜਾ ਹੈ ਲਾਗੂ ਹੁੰਦਾ ਹੈ। ਇਹ ਸਾਰੇ ਜਿਹੜੇ ਤੱਤ ਨੇ ਇੰਟਰਨੈਸ਼ਨਲ ਟ੍ਰੇਡ ਨੂੰ ਪ੍ਰਭਾਵਿਤ ਕਰਦੇ ਨੇ। ਸਿਰਫ ਫੈਕਟਰਸ ਦੇ ਬੇਸ ਤੇ ਕਹਿਣਾ ਕਿ ਇਹ ਇਕੱਲੇ ਫੈਕਟਰਸ ਦੀ ਜਿਹੜੀ ਐਂਡੋਮੈਂਟ ਹੈ ਉਹੀ ਇੰਟਰਨੈਸ਼ਨਲ ਟ੍ਰੇਡ ਦਾ ਇੱਕ ਕਾਰਨ ਹੈ, ਦਿਸ ਇਜ਼ ਰੌਂਗ। ਤਾਂ ਇਹ ਜਿਹੜਾ ਹੈ ਇਸ ਸਿਧਾਂਤ ਦੀ ਆਲੋਚਨਾ ਸੀ। ਤਾਂ ਅਸੀਂ ਅੱਜ ਇਸ ਥਿਊਰੀ ਦੇ ਬਾਰੇ ਇੰਨਾ ਹੀ ਕਹਿਣਾ ਸੀਗਾ। ਤਾਂ ਹੁਣ ਅਸੀਂ 5 ਮਿੰਟ 'ਚ ਇਸ ਨੂੰ ਸਮ ਅਪ ਕਰ ਦਿੰਦੇ ਹਾਂ। ਤਾਂ ਅਸੀਂ ਸਭ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਜਿਹੜੀ ਮਾਡਰਨ ਥਿਊਰੀ ਹੈ ਇਹ ਐਕਸਟੈਂਸ਼ਨ ਆਫ ਕਲਾਸੀਕਲ ਥਿਊਰੀ ਹੈ। ਇਸ ਵਿੱਚ ਕਾਜ਼ਸ ਦੱਸੇ ਗਏ ਹਨ ਕਿ ਜਿਹੜੀ ਕੰਪੈਰੀਟਿਵ ਕਾਸਟ ਦੇ ਵਿੱਚ, ਤੁਲਨਾਤਮਕ ਲਾਗਤ ਦੇ ਵਿੱਚ ਅੰਤਰ ਦਾ ਕਾਰਨ ਸਾਧਨਾਂ ਦੀ ਉਪਲਬਧਤਾ ਹੈ। ਜਿਸ ਦੇਸ਼ ਦੇ ਵਿੱਚ ਜਿਹੜਾ ਸਾਧਨ ਜ਼ਿਆਦਾ ਪਾਇਆ ਜਾਂਦਾ ਹੈ ਉਸ ਦੀ ਕੀਮਤ ਘੱਟ ਹੁੰਦੀ ਹੈ। ਉਸ ਦੀ ਕੀਮਤ ਘੱਟ ਹੋਣ ਦੇ ਕਾਰਨ ਉਸ ਸਾਧਨ ਤੋਂ ਬਣੀ ਹੋਈ ਵਸਤੂ ਦੀ ਕੀਮਤ ਵੀ ਕੀ ਹੋਏਗੀ, ਘੱਟ ਹੋਏਗੀ, ਅਤੇ ਉਸ ਦੇਸ਼ ਨੂੰ ਉਸੇ ਵਸਤੂ ਦਾ ਦੂਸਰੇ ਦੇਸ਼ ਨੂੰ ਨਿਰਯਾਤ ਕਰਨਾ ਚਾਹੀਦਾ। ਤਾਂ ਇਹ ਸਿਧਾਂਤ ਜਿਹੜਾ ਹੈ ਇਹਨਾਂ ਅਜੰਪਸ਼ਨਸ ਤੇ ਆਧਾਰਿਤ ਹੈ ਕਿ ਇਸ 'ਚ ਕਲਾਸੀਕਲ ਥਿਊਰੀ ਦੇ ਨਾਲੋਂ ਇੱਕ ਅਜੰਪਸ਼ਨ, ਇੱਕ ਚੀਜ਼ ਅਸੀਂ ਜ਼ਿਆਦਾ ਮੰਨੇ ਕਿ ਫੈਕਟਰਸ ਦੋ ਲਏ ਨੇ। ਕਲਾਸੀਕਲ ਥਿਊਰੀ 'ਚ ਅਸੀਂ ਸਿਰਫ ਇੱਕ ਸਾਧਨ ਲੇਬਰ ਮੰਨਿਆ ਸੀ। ਤਾਂ ਪ੍ਰੋਡਕਸ਼ਨ ਜਿਹੜਾ ਫੰਕਸ਼ਨ ਹੈ, ਪ੍ਰੋਡਕਸ਼ਨ ਟੈਕਨੋਲੋਜੀ ਜਿਹੜੀ ਹੈ ਦੋਨਾਂ ਦੇਸ਼ਾਂ ਵਿੱਚ ਸੇਮ ਮੰਨਦੇ ਹੈ। ਫੈਕਟਰ ਜਿਹੜੇ ਨੇ ਵਿਦਿਨ ਦਾ ਕੰਟਰੀ ਮੋਬਾਈਲ ਹੈ, ਆਊਟਸਾਈਡ ਦਾ ਕੰਟਰੀ ਇਮੋਬਾਈਲ ਹੈ। ਪਰਫੈਕਟ ਕੰਪੀਟੀਸ਼ਨ ਅਸੀਂ ਮੰਨਦੇ ਹਾਂ ਮਾਰਕੀਟਸ ਦੇ ਵਿੱਚ। ਫਿਰ ਫ੍ਰੀ ਟ੍ਰੇਡ ਹੈ, ਕੰਜ਼ਿਊਮਰ ਦੇ ਜਿਹੜੇ ਟੇਸਟ ਅਤੇ ਪ੍ਰੈਫਰੈਂਸਿਸ ਦੋਨੋਂ ਦੇਸ਼ਾਂ ਵਿੱਚ ਸਮਾਨ ਨੇ। ਉਤਪਾਦਨ ਦੀ ਤਕਨੀਕ ਸੇਮ ਹੈ, ਕੋਈ ਟਰਾਂਸਪੋਰਟੇਸ਼ਨ ਕੋਸਟ ਨਹੀਂ ਹੁੰਦੀ। ਦੋਨੋਂ ਦੇਸ਼ਾਂ ਵਿੱਚ ਸਾਧਨਾਂ ਦੀ ਜਿਹੜੀ ਉਪਲਬਧਤਾ ਅਲੱਗ-ਅਲੱਗ ਹੁੰਦੀ ਹੈ। ਸਾਧਨਾਂ ਦੀ ਉਪਲਬਧਤਾ ਅਲੱਗ-ਅਲੱਗ ਹੋਣ ਦੇ ਕਾਰਨ ਸਾਧਨ ਦੀ ਕੀਮਤ ਅਤੇ ਸਾਧਨਾਂ ਤੋਂ ਬਣੀ ਵਸਤੂਆਂ ਦੀ ਕੀਮਤ ਵੀ ਅਲੱਗ-ਅਲੱਗ ਅਤੇ ਕੌਂਸਟੈਂਟ ਲਾ ਆਫ ਕੌਂਸਟੈਂਟ ਜਿਹੜਾ ਹੈ ਰਿਟਰਨਸ ਅਸੀਂ ਮੰਨ ਕੇ ਚੱਲਦੇ ਹਾਂ ਕਿ ਜੇ ਸਾਧਨ ਨੂੰ ਅਸੀਂ ਡਬਲ ਕਰ ਦਿੰਦੇ ਹਾਂ ਪ੍ਰੋਡਕਸ਼ਨ ਡਬਲ ਹੋ ਜਾਏਗੀ। ਜਿਸ ਸਾਧਨ ਨੂੰ ਅਸੀਂ 3 ਟਾਈਮਸ ਕਰ ਦਿੰਦੇ ਹਾਂ ਤਾਂ ਪ੍ਰੋਡਕਸ਼ਨ ਵੀ 3 ਟਾਈਮਸ ਹੋਏਗੀ। ਤਾਂ ਫਿਰ ਜੇ ਅਸੀਂ ਐਕਸਪਲੇਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਦਿਸ ਇਜ਼ ਅ ਡਾਇਗਰਾਮ ਟੂ ਅੰਡਰਸਟੈਂਡ। P1 Q1 P2 Q2 ਆਈਸੋ ਕੋਸਟ ਲਾਈਨਸ ਇੱਕ ਦੂਜੇ ਦੇ ਪੈਰਲਲ ਸ਼ੋ ਕਰਦੀਆਂ ਹੈ ਕਿ ਇਹਨਾਂ ਦੀ ਪ੍ਰਾਈਸ ਰੇਸ਼ੋ ਇੱਕ ਦੂਜੇ ਦੇ ਬਰਾਬਰ ਹੈ। ਇसी ਤਰ੍ਹਾਂ AB ਅਤੇ CD ਆਈਸੋ ਕੋਸਟ ਲਾਈਨ ਹੈ। ਇਹ ਵੀ ਪੈਰਲਲ ਸ਼ੋ ਕਰਦੇ हैं कि ਇਹਨਾਂ ਦੀ ਪ੍ਰਾਈਸ ਰੇਸ਼ੋ ਇੱਕ ਦੂਜੇ ਦੇ ਬਰਾਬਰ ਹੈ। WW ਅਤੇ SS ਆਈਸੋ ਕੁਆਂਟ ਕਰਵਸ ਹੈ, ਆਈਸੋ ਪ੍ਰੋਡਕਸ਼ਨ ਕਰਵਸ ਹੈ। W ਵਾਚਿਸ ਨੂੰ ਅਤੇ ਸ਼ਰਟਸ, SS ਜਿਹੜੀਆਂ ਸ਼ਰਟਸ ਨੂੰ ਸ਼ੋ ਕਰਦੀ ਹੈ ਅਤੇ W ਕਰਵ CD ਕਰਵ ਨੂੰ H ਬਿੰਦੂ ਤੇ ਟੱਚ ਕਰਦੀ ਹੈ। H ਬਿੰਦੂ ਤੇ ਸ਼ੋ ਹੁੰਦਾ ਹੈ ਕਿ OF ਕੈਪੀਟਲ OM ਲੇਬਰ ਅਸੀਂ ਯੂਜ਼ ਕਰਦੇ ਹਾਂ। ਦੂਸਰੇ ਪਾਸੇ SS ਕਰਵ AB ਕਰਵ ਨੂੰ J ਬਿੰਦੂ ਤੇ ਟੱਚ ਕਰ ਰਹੀ ਹੈ। ਇਹ ਸ਼ੋ ਕਰਦਾ ਹੈ ਵੀ ਜੇ ਜਰਮਨ ਸ਼ਰਟਸ ਪੈਦਾ ਕਰਦਾ ਹੈ ਤਾਂ ਉਹ ਸੇਮ ਕੈਪੀਟਲ ਯੂਜ਼ ਕਰਕੇ ਲੇਬਰ ਉਹ ਜ਼ਿਆਦਾ ਵਰਤੋਂ ਕਰਦਾ ਹੈ। OM1 ਲੇਬਰ ਯੂਜ਼ ਕਰੇਗਾ। ਇਹਦਾ ਮਤਲਬ MM1 ਲੇਬਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਸ਼ਰਟਸ ਪ੍ਰੋਡਕਸ਼ਨ ਕਰਨ ਦੇ ਵਿੱਚ, ਜਾਂ ਲੇਬਰ ਦੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆਫ ਸ਼ਰਟਸ ਵਾਚਿਸ ਦੀ ਪ੍ਰੋਡਕਸ਼ਨ ਦੇ ਨਾਲੋਂ ਜਰਮਨ ਨੂੰ ਜ਼ਿਆਦਾ ਪਏਗੀ।
इस करके जर्मन सिर्फ वॉचेस की प्रोडक्शन करेगा, शर्ट्स की प्रोडक्शन नहीं करेगा। इसी तरह जी डब्ल्यू कर्व है वो P1 Q1 R बिंदु से कट कर रहे हैं ਅਤੇ SS कर्व ਜਿਹੜਾ ਹੈ P2 Q2 ਨੂੰ E1 ਬਿੰਦੂ ਤੇ ਟੱਚ ਕਰ ਰਿਹਾ। ਤਾਂ R ਬਿੰਦੂ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਜੇ ਅਸੀਂ 100 ਵਾਚਿਸ ਇੰਡੀਆ ਵਿੱਚ ਪ੍ਰੋਡਿਊਸ ਕਰਦੇ ਹਾਂ ਤਾਂ ON ਕੈਪੀਟਲ ਅਤੇ OG ਲੇਬਰ ਦੀ ਵਰਤੋਂ ਹੁੰਦੀ ਹੈ ਅਤੇ ਜੇ ਇੰਡੀਆ ਵਿੱਚ ਸ਼ਰਟਸ ਦੀ ਪ੍ਰੋਡਕਸ਼ਨ ਹੁੰਦੀ ਹੈ ਤਾਂ ਅਸੀਂ ਕੈਪੀਟਲ ਘੱਟ ਅਤੇ ਲੇਬਰ ਸੇਮ ਯੂਜ਼ ਕਰਦੇ ਹਾਂ। ਤਾਂ ਮੀਨਸ ਸ਼ਰਟਸ ਦੀ ਪ੍ਰੋਡਕਸ਼ਨ ਕਰਕੇ ਇੰਡੀਆ ਵਿੱਚ ਕੋਸਟ ਜਿਹੜੀ ਹੈ ਪ੍ਰਾਈਸ ਜਿਹੜੀ ਹੈ ਘੱਟ ਹੁੰਦੀ ਹੈ ਅਤੇ ਵਾਚਿਸ ਦੀ ਪ੍ਰੋਡਕਸ਼ਨ ਜੇ ਇੰਡੀਆ ਕਰਦਾ ਹੈ ਤਾਂ ਉਹਦੀ ਕੋਸਟ ਆਫ ਪ੍ਰੋਡਕਸ਼ਨ ਕੀ ਹੈ ਜਾਂ ਉਹਦੀ ਪ੍ਰਾਈਸਿਸ ਕੀ ਹੈ ਜ਼ਿਆਦਾ ਹੁੰਦੀ ਹੈ। ਇਸ ਲਈ ਜਰਮਨ ਨੂੰ ਵਾਚਿਸ ਪ੍ਰੋਡਿਊਸ ਕਰਨੀ ਚਾਹੀਦੀ ਹੈ, ਇੰਡੀਆ ਨੂੰ ਸ਼ਰਟਸ ਪ੍ਰੋਡਿਊਸ ਕਰਨੀ ਚਾਹੀਦੀ ਹੈ ਅਤੇ ਜਰਮਨ ਨੂੰ ਵਾਚਿਸ ਇੰਡੀਆ ਨੂੰ ਐਕਸਪੋਰਟ ਕਰਨੀ ਚਾਹੀਦੀ ਹੈ ਅਤੇ ਇੰਡੀਆ ਨੂੰ ਸ਼ਰਟਸ ਜਰਮਨ ਨੂੰ ਐਕਸਪੋਰਟ ਕਰਨਾ ਚਾਹੀਦਾ। ਅਤੇ ਜੇ ਅਸੀਂ ਇਸ ਨੂੰ ਇਸ ਫਿਜ਼ੀਕਲ ਕ੍ਰਾਈਟੇਰੀਆ ਆਫ ਫੈਕਟਰ ਅਬੰਡੈਂਸ ਜਾਂ ਸਕੈਸਿਟੀ ਦੇ ਵਿੱਚ ਦੇਖਦੇ ਹਾਂ ਤਾਂ GG1 ਸਾਡੇ ਕੋਲ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਹੈ ਜਰਮਨ ਦੀ ਅਤੇ II1 ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਹੈ ਇੰਡੀਆ ਦੀ। ਤਾਂ X ਐਕਸਿਸ ਤੇ ਸ਼ੇਅਰਸ ਹੈ, Y ਐਕਸਿਸ ਤੇ ਵਾਚਿਸ ਹੈ। ਜੇ ਅਸੀਂ ਦੋਨਾਂ ਗੁੱਡਸ ਦੀ ਪ੍ਰੋਡਕਸ਼ਨ ਸੇਮ ਕਰਦੇ ਹਾਂ ਵਾਚਿਸ ਐਂਡ ਸ਼ਰਟਸ ਤਾਂ OR ਪੁਆਇੰਟ ਤੇ OR ਕਰਵ ਤੇ ਅਸੀਂ ਇਸ ਨੂੰ ਸ਼ੋ ਕਰ ਸਕਦੇ ਹਾਂ। ਤਾਂ ਜੇ ਅਸੀਂ ਜਰਮਨ P1 ਕਰਵ ਦੀ ਗੱਲ ਕਰਦੇ ਹਾਂ ਇਹ ਪ੍ਰਾइस ਲਾइन है, ਇਹ ਸ਼ੋ ਕਰਦੀ ਹੈ ਕਿ ਵਾਚਿਸ ਦੀ ਪ੍ਰਾइस ਜਰਮਨ 'ਚ ਕੀ ਹੈ ਘੱਟ ਹੈ ਅਤੇ P2 ਕਰਵ ਜਿਹੜੀ ਜ਼ਿਆਦਾ ਫਲੈਟ ਹੈ ਇਹ ਸ਼ੋ ਕਰਦੀ ਹੈ ਕਿ ਇੰਡੀਆ ਵਿੱਚ ਸ਼ਰਟਸ ਦੀ ਪ੍ਰਾइसिस ਕੀ ਹੈ ਘੱਟ ਹੈ। ਤਾਂ ਕਿਉਂ ਘੱਟ ਹੈ ਜਰਮਨ ਦੇ ਵਿੱਚ ਵਾਚਿਸ ਦੀ ਪ੍ਰਾइस ਆਪਾਂ ਕਰ ਚੁੱਕੇ ਹਾਂ, ਇੰਡੀਆ ਵਿੱਚ ਸ਼ਰਟਸ ਦੀ ਪ੍ਰਾइस ਕਿਉਂ ਘੱਟ ਹੈ ਇਹ ਵੀ ਅਸੀਂ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ P1 ਕਰਵ G1 ਕਰਵ ਨੂੰ E ਬਿੰਦੂ ਤੇ ਟੇਂਜੈਂਟ ਹੈ ਅਤੇ P1 ਕਰਵ ਜਿਹੜੀ ਹੈ ਉਹ II ਕਰਵ ਨੂੰ F ਬਿੰਦੂ ਤੇ ਟੇਂਜੈਂਟ ਹੈ। ਜੇ EF ਨੂੰ ਅਸੀਂ ਮਿਲਾਉਂਦੇ ਹਾਂ ਤਾਂ OR ਕਰਵ ਸਾਡੇ ਕੋਲ ਬਣ ਜਾਂਦੇ ਨੇ। ਤਾਂ ਇਹ ਸ਼ੋ ਕਰਦੀ ਹੈ ਹੁਣ ਵਾਚਿਸ ਕਿੰਨਾ ਐਕਸਪੋਰਟ ਕਰਦੀ ਹੈ ਜਰਮਨ ਅਤੇ ਇੰਡੀਆ ਸ਼ਰਟਸ ਕਿੰਨਾ ਐਕਸਪੋਰਟ ਕਰਦਾ ਹੈ। ਇਹ ਦੋਨਾਂ ਦੇਸ਼ਾਂ ਦੀ ਡਿਮਾਂਡ ਤੇ ਡਿਪੈਂਡ ਕਰਦਾ ਹੈ ਕਿ ਦੋਨਾਂ ਦੇਸ਼ਾਂ ਵਿੱਚ ਵਾਚਿਸ ਅਤੇ ਸ਼ਰਟਸ ਦੀ ਡਿਮਾਂਡ ਕਿੰਨੀ ਹੈ। ਜਰਮਨ 'ਚ ਸ਼ਰਟਸ ਦੀ ਡਿਮਾਂਡ ਕਿੰਨੀ ਹੈ ਅਤੇ ਇੰਡੀਆ ਦੇ ਵਿੱਚ ਵਾਚਿਸ ਦੀ ਡਿਮਾਂਡ ਕਿੰਨੀ ਹੈ। ਜੇ ਦੋਨੋਂ ਦੇਸ਼ ਇੱਕ ਦੂਜੇ ਨਾਲ ਵਪਾਰ ਕਰਦੇ ਹਨ ਅਤੇ ਇੰਡੀਆ ਵਿੱਚ ਵਾਚਿਸ ਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਹੈ ਅਤੇ ਜਰਮਨ ਦੇ ਵਿੱਚ ਸ਼ਰਟਸ ਦੀ ਡਿਮਾਂਡ ਜ਼ਿਆਦਾ ਹੋ ਜਾਂਦੀ ਹੈ ਤਾਂ ਨੈਚੁਰਲੀ ਇੰਡੀਆ ਵਿੱਚ ਲੇਬਰ ਦੀ ਡਿਮਾਂਡ ਜ਼ਿਆਦਾ ਹੋਏਗੀ ਅਤੇ ਜਰਮਨ ਦੇ ਵਿੱਚ ਕੈਪੀਟਲ ਦੀ ਡਿਮਾਂਡ ਜ਼ਿਆਦਾ ਹੋਏਗੀ। ਤਾਂ ਨੈਚੁਰਲੀ ਕੈਪੀਟਲ ਦੀ ਕੋਸਟ ਵੀ ਜਰਮਨ 'ਚ ਜ਼ਿਆਦਾ ਹੋ ਜਾਏਗੀ ਅਤੇ ਇੰਡੀਆ ਵਿੱਚ ਲੇਬਰ ਦੀ ਪ੍ਰਾइस ਵੀ ਕੀ ਹੋ ਜਾਏਗੀ ਜ਼ਿਆਦਾ ਹੋ ਜਾਏਗੀ ਅਤੇ ਅਲਟੀਮੇਟਲੀ ਜਰਮਨ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਲੇਬਰ ਦੀ ਪ੍ਰਾइस ਸੇਮ ਹੋ ਜਾਏਗੀ ਅਤੇ ਜਰਮਨ ਅਤੇ ਇੰਡੀਆ ਦੇ ਵਿੱਚ ਕੈਪੀਟਲ ਦੀ ਪ੍ਰਾइस ਵੀ ਅਲਟੀਮੇਟਲੀ ਇੱਕ ਦੂਜੇ ਦੇ ਬਰਾਬਰ ਹੋ ਜਾਏਗੀ। ਤਾਂ ਬਾਅਦ ਦੇ ਵਿੱਚ ਅਸੀਂ ਦੱਸਿਆ ਹੈ ਕਿ ਜਿਹੜੀ ਮਾਡਰਨ ਥਿਊਰੀ ਹੈ OH ਥਿਊਰੀ ਹੈ ਉਹ ਕਲਾਸੀਕਲ ਥਿਊਰੀ ਦੇ ਨਾਲੋਂ ਕਿਵੇਂ ਵਧੀ ਹੈ ਅਸੀਂ ਇਸ ਨੂੰ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਅਤੇ ਲਾਸਟ ਦੇ ਵਿੱਚ ਅਸੀਂ ਇਸ ਨੂੰ ਕਈ ਐਂਗਲਸ ਤੋਂ ਇਸ ਥਿਊਰੀ ਨੂੰ ਕ੍ਰਿਟੀਸਾਈਜ਼ ਕੀਤਾ। ਪਹਿਲੇ ਦੀ ਥਿਊਰੀ ਜਿਹੜੀ ਹੈ ਕਲਾਸੀਕਲ ਥਿਊਰੀ ਨਾਲੋਂ ਕਿਵੇਂ ਵਧੀ ਹੈ ਸਾਨੂੰ ਪਤਾ ਹੈ ਕਿ ਇਹ ਥਿਊਰੀ ਜਿਹੜੀ ਹੈ ਕਲਾਸੀਕਲ ਥਿਊਰੀ ਨਾਲੋਂ ਕੰਪੈरेटिवली ਰੀਅਲਿਸਟਿਕ ਹੈ, ਵਾਸਤਵਿਕ ਹੈ, ਜਿਸ ਨੂੰ ਅਸੀਂ ਪ੍ਰੈਕਟੀਕਲ ਲਾਈਫ ਦੇ ਵਿੱਚ ਲਾਗੂ ਕਰ ਸਕਦੇ ਹਾਂ। ਸਾਨੂੰ ਇਸ ਥਿਊਰੀ ਤੋਂ ਪਤਾ ਲੱਗਦਾ ਹੈ ਕਿ ਦੋਨੋਂ ਦੇਸ਼ਾਂ ਦੇ ਵਿਚਕਾਰ ਵਸਤੂਆਂ ਦਾ ਉਤਪਾਦਨ ਕਰਨ ਦੇ ਵਿੱਚ ਕੀਮਤ ਦੇ ਵਿੱਚ ਅੰਤਰ ਕਿਉਂ ਹੁੰਦਾ ਹੈ। ਥੈਂਕ ਯੂ।